सत श्री अकाल जी। द खालस टीवी देखने वाले देश दुनिया के साडे सारे दर्शकों का बहुत बहुत स्वागत है। एमरजेंसी बुलेटिन दे नाल मैं हरशरण कौर। सब तो पहला साडे सारे दर्शकों का धन्यवाद करते हैं जिहड़े हमेशा साडियां खबरां दी उड़ीक दे विच रहिंदे ने, पर कदे कदे कुदरत दा भाणा ऐसा वापरदा है कि इंसान दी सुध-बुध खो जाती है, सारा कुछ अर्थहीन लगदा है। भाणा मनना बहुत औखा हुंदा है, पर तुहाडे लई खबरां जानकारियां लैके हाजिर हुंदे रहांगे। एमरजेंसी बुलेटिन दे विच सब तो पहला पंजाब दीयां वड्डियां खबरां तुहानूं दस दिंदे हां। सब तो पहला मौसम की गल करांगे। पहाड़ी राज्यां दे विच बर्फबारी तो बाद मैदानी इलाकिਆਂ ਵੱਲ ठंडियां हवावां चल रहीਆਂ ने। आउण वाले हफ्तिਆਂ ਦੇ ਵਿੱਚ तापमान होर हेठां आ जाऊगा। फिलहाल दिन के वक्त सूरज निकल रहा है, पर आने वाले दिनों के विच मौसम विभाग के मुताबिक ठंड का प्रकोप वधेगा। मौसम विभाग की भविष्यवाणी के मुताबिक दिन वेले धुंध भी छाई रहेगी। पश्चिमी हवावां का असर छेती ही मैदानी इलाकों ते पवेगा, जिस कारण पंजाब दे विच भी कड़ाके की ठंड वेखण नूं मिलेगी। जे बीते 24 घंटिਆਂ की गल कर लईए तो पंजाब दे विच सब तो ठंडा शहर बठिंडा रहा। घट्टो घट्ट तापमान इत्थे 6.2 ते वध तो वध 27.6 डिग्री सैल्सीयस दर्ज किया गया। हालांकि हाले मौसम माहिरां ने आने वाले हफ्ते दौरान आसमान साफ और पंजाब का जिहड़ा मौसम है खुश्क रहने की पेशीनगोई की है। कौमी जांच एजेंसी मंगलवार सवेरे पंजाब, यूपी, दिल्ली, राजस्थान ते हरियाणा दे विच कई थावां ते अतवादियां ते गैंगस्टरां विचले गठजोड़ के खिलाफ छापेमारी की। इन्हां 4 सूबियां अते दिल्ली के 6 तो वध जिल੍ਹਿਆਂ ਦੇ ਵਿੱਚ गैंगस्टरां ਦੇ ਨਾਲ जुड़े रिहायशी ਅਤੇ होर ठिकाणिਆਂ ਤੇ छापेमारी की गई, जिसका मुख्य मकसद भारत ਅਤੇ विदेशों ਦੇ ਵਿੱਚ स्थित अतवादियां, गैंगस्टरां ਤੇ नशा तस्करां ਦੇ ਵਿਚਾਲੇ गठजोड़ ਨੂੰ खत्म करना दस्सिया जा रहा है। ਇਹ ਛਾਪੇ ਲਾਰੈਂਸ ਬਿਸ਼ਨੋਈ, ਨੀਰਜ ਬਵਾਨਾ, ਟਿੱਲੂ ਤਾਜਪੁਰੀਆ ਤੇ ਗੋਲਡੀ ਬਰਾੜ ਦੇ ਨਾਲ ਜੁੜੇ ਗਰੋਹ ਦੇ ਗੱਠਜੋੜ ਤੇ ਕੇਂਦਰਿਤ ਦੱਸੇ ਜਾ ਰਹੇ ਨੇ, ਜਿਹੜੇ ਕਿ ਪਹਿਲਾਂ ਹੀ ਅੱਤਵਾਦ ਵਿਰੋਧੀ ਏਜੰਸੀ ਦੀ ਨਜ਼ਰ ਵਿੱਚ ਨੇ। ਪੰਜਾਬ ਕਾਂਗਰਸ ਦੇ ਵੱਡੇ ਲੀਡਰ ਅਤੇ ਪੰਜਾਬ ਦੇ ਸਾਬਕਾ ਉਪ ਮੁੱਖ ਮੰਤਰੀ ਓਪੀ ਸੋਨੀ ਨੂੰ ਵਿਜੀਲੈਂਸ ਦਫ਼ਤਰ ਦੇ ਵਿੱਚ ਪੇਸ਼ ਹੋਣਾ ਪਿਆ। 2 ਘੰਟੇ ਤੋਂ ਵੀ ਵੱਧ ਸਮੇਂ ਦੇ ਲਈ ਵਿਜੀਲੈਂਸ ਦੀ ਟੀਮ ਨੇ ਸੋਨੀ ਤੋਂ ਪੁੱਛ ਪੜਤਾਲ ਕੀਤੀ। ਵਿਜੀਲੈਂਸ ਬਿਊਰੋ ਨੇ ਉਹਨਾਂ ਨੂੰ ਆਮਦਨ ਤੋਂ ਵੱਧ ਜਾਇਦਾਦ ਰੱਖਣ ਦੇ ਮਾਮਲੇ ਦੇ ਵਿੱਚ ਤਲਬ ਕੀਤਾ ਗਿਆ ਸੀ। ਵਿਜੀਲੈਂਸ ਨੇ ਜਾਇਦਾਦ ਸੰਬੰਧੀ ਸਾਰੇ ਵੇਰਵੇ ਸੋਨੀ ਤੋਂ ਮੰਗੇ। ਉਹਨਾਂ ਨੂੰ ਕੁਝ ਪਰਫਾਰਮੇ ਦਿੱਤੇ ਗਏ, ਜਿਨ੍ਹਾਂ ਦੇ ਵਿੱਚ ਜਾਇਦਾਦ ਸੰਬੰਧੀ ਵੇਰਵੇ ਦੇਣ ਦੇ ਲਈ ਕਿਹਾ ਗਿਆ। ਪੁੱਛਗਿੱਛ ਤੋਂ ਬਾਅਦ ਓਪੀ ਸੋਨੀ ਨੇ ਦਾਅਵਾ ਕੀਤਾ ਕਿ ਉਹਨਾਂ ਦੀ ਜਾਇਦਾਦ ਉਹਨਾਂ ਦੇ ਆਮਦਨ ਦੇ ਸਰੋਤਾਂ ਦੇ ਮੁਤਾबिक ਹੈ ਤੇ ਹਰ 5 ਸਾਲ ਬਾਅਦ ਜਦੋਂ ਚੋਣ ਲੜਦੇ ਨੇ ਤਾਂ ਉਸ ਵੇਲੇ ਵੀ ਉਹ ਜਾਇਦਾਦ ਦੇ ਵੇਰਵੇ ਚੋਣ ਕਮਿਸ਼ਨ ਨੂੰ ਸਹੀ ਭੇਜਦੇ ਨੇ। ਸੋਨੀ ਨੇ ਕਿਹਾ ਕਿ ਜੇ ਉਹਨਾਂ ਦੇ ਨਾਲ ਕੋਈ ਵਧੀਕੀ ਹੋਈ ਤਾਂ ਉਹ ਉੱਚ ਅਦਾਲਤ ਦਾ ਯਾਨੀ ਕਿ ਸੁਪਰੀਮ ਕੋਰਟ ਦਾ ਹਾਈ ਕੋਰਟ ਦਾ ਦਰਵਾਜ਼ਾ ਖੜਕਾਉਣਗੇ। ਵਿਜੀਲੈਂਸ ਬਿਊਰੋ ਦੇ ਐਸਐਸਪੀ ਵਰਿੰਦਰ ਸਿੰਘ ਨੇ ਦੱਸਿਆ ਕਿ ਸੋਨੀ ਤੋਂ ਪੁੱਛ ਪੜਤਾਲ ਕੀਤੀ ਗਈ ਹੈ। ਕੁਝ ਦਸਤਾਵੇਜ਼ ਦਿੱਤੇ ਗਏ ਨੇ ਜੋ 7 ਦਿਨਾਂ ਦੇ ਵਿੱਚ ਭਰ ਕੇ ਵਿਭਾਗ ਨੂੰ ਸੌਂਪਣਗੇ, ਜਿਸ ਤੋਂ ਬਾਅਦ ਹੀ ਅਗਲੀ ਜਾਂਚ ਹੈ ਜਿਹੜੀ ਉਹ ਕੀਤੀ ਜਾਵੇਗੀ। ਗਨ ਕਲਚਰ ਨੂੰ ਠੱਲਣ ਦੇ ਲਈ ਨਵੇਂ ਫਰਮਾਨ ਸੁਣਾਉਣ ਵਾਲੀ ਮਾਨ ਸਰਕਾਰ ਗਨ ਕਲਚਰ ਨੂੰ ਲੈ ਕੇ ਕਿੰਨੀ ਕੁ ਸੰਜੀਦਾ ਹੈ। ਡੀਜੀਪੀ ਪੰਜਾਬ ਦੇ ਵੱਲੋਂ ਸ਼ਨੀਚਰਵਾਰ ਨੂੰ 72 ਘੰਟਿਆਂ ਦੇ ਅੰਦਰ ਸੋਸ਼ਲ ਮੀਡੀਆ ਤੋਂ ਹਥਿਆਰਾਂ ਦੀ ਨੁਮਾਇਸ਼ ਵਾਲੀਆਂ ਫੋਟੋਆਂ ਹਟਾਉਣ ਦਾ ਅਲਟੀਮੇਟਮ ਕੀ ਸਿਰਫ ਆਮ ਜਨਤਾ ਦੇ ਲਈ ਸੀ? ਇਹ ਉਹ ਸਵਾਲ ਨੇ ਜੋ ਕੈਬਨਿਟ ਮੰਤਰੀ ਅਨਮੋਲ ਗਗਨ ਮਾਨ ਦੀ ਹਥਿਆਰਾਂ ਦੇ ਨਾਲ ਪੁਰਾਣੀ ਫੋਟੋ ਵਾਇਰਲ ਹੋਣ ਤੋਂ ਬਾਅਦ ਵਿਰੋਧੀ ਧਿਰਾਂ ਸਰਕਾਰ ਨੂੰ ਵਾਰ-ਵਾਰ ਪੁੱਛ ਰਹੀਆਂ ਨੇ। ਡੀਜੀਪੀ ਪੰਜਾਬ ਨੇ 72 ਘੰਟਿਆਂ ਦੇ ਵਿੱਚ ਹਥਿਆਰਾਂ ਦੀਆਂ ਫੋਟੋਆਂ ਸੋਸ਼ਲ ਮੀਡੀਆ ਖਾਤਿਆਂ ਤੋਂ ਹਟਾਉਣ ਦਾ ਅਲਟੀਮੇਟਮ ਦਿੱਤਾ ਸੀ, ਜਿਹੜਾ ਕਿ ਮੰਗਲਵਾਰ ਤਕਰੀਬਨ 11 ਵਜੇ ਖਤਮ ਹੋ ਗਿਆ ਸੀ। ਇਸ ਦੇ ਬਾਵਜੂਦ ਵੀ ਮਾਨ ਸਰਕਾਰ ਦੀ ਸੱਭਿਆਚਾਰਕ ਮੰਤਰੀ ਅਨਮੋਲ ਗਗਨ ਮਾਨ ਦੀ ਪੁਰਾਣੀ ਹਥਿਆਰਾਂ ਵਾਲੀ ਫੋਟੋ ਇੰਸਟਾਗ੍ਰਾਮ ਤੇ ਨਜ਼ਰ ਆਈ ਤਾਂ ਸਵਾਲ ਉੱਠਣੇ ਲਾਜ਼ਮੀ ਸਨ। ਵਿਰੋਧੀਆਂ ਨੇ ਸਵਾਲ ਪੁੱਛੇ ਕਿ ਕੀ ਅਨਮੋਲ ਗਗਨ ਮਾਨ ਨੂੰ ਡੀਜੀਪੀ ਦੇ ਹੁਕਮਾਂ ਬਾਰੇ ਪਤਾ ਨਹੀਂ ਸੀ ਕਿ ਉਹਨਾਂ ਨੂੰ ਆਪਣੇ ਮੁੱਖ ਮੰਤਰੀ ਭਗਵੰਤ ਮਾਨ ਦੇ ਵੱਲੋਂ ਗਨ ਕਲਚਰ ਨੂੰ ਪ੍ਰਮੋਟ ਕਰਨ ਵਾਲੀਆਂ ਫੋਟੋਆਂ ਤੇ ਸਖਤੀ ਦੀ ਕੋਈ ਪਰਵਾਹ ਨਹੀਂ ਸੀ। ਹਾਲਾਂਕਿ ਫੋਟੋਆਂ ਵਾਇਰਲ ਹੋਣ ਤੋਂ ਬਾਅਦ ਅਨਮੋਲ ਗਗਨ ਮਾਨ ਨੇ ਆਪਣੀਆਂ ਇਹ ਤਸਵੀਰਾਂ ਹਟਾ ਲਈਆਂ ਨੇ, ਪਰ ਅਕਾਲੀ ਲੀਡਰ ਬਿਕਰਮ ਸਿੰਘ ਮਜੀਠੀਆ ਮਾਨ ਸਰਕਾਰ ਨੂੰ ਬਖਸ਼ਣ ਦੇ ਮੂਡ ਵਿੱਚ ਨਜ਼ਰ ਨਹੀਂ ਆ ਰਹੇ। ਮਜੀਠੀਆ ਨੇ ਡੀਜੀਪੀ ਪੰਜਾਬ ਤੇ ਸਰਕਾਰ ਨੂੰ ਸਵਾਲ ਕੀਤਾ ਕਿ ਕੀ ਉਹ ਹੁਣ ਆਪਣੇ ਮੰਤਰੀ ਤੇ ਕੋਈ ਕਾਰਵਾਈ ਕਰਨਗੇ। ਹਾਲਾਂਕਿ ਤਸਵੀਰਾਂ ਹਟਾਏ ਜਾਣ ਤੋਂ ਬਾਅਦ ਇਸ ਸਵਾਲ ਦੀ ਕੋਈ ਤੁਕ ਬਹੁਤੀ ਨਹੀਂ ਬਣਦੀ। ਔਰ ਅੱਜ ਮੈਂ ਪੁੱਛਣਾ ਚਾਹੁੰਦਾ ਕਿ ਕਾਰਵਾਈ ਸਿਰਫ ਬੱਚਿਆਂ ਤੇ ਹੋਊਗੀ? ਮੈਂ ਪਹਿਲਾਂ ਵੀ ਉਜਾਗਰ ਕੀਤਾ ਸੀ ਕਿ ਮੇਰੇ ਹਲਕੇ ਦੇ ਪਿੰਡ ਚਵਿੰਡਾ ਦੇਵੀ ਦੇ ਇੱਕ 10 ਸਾਲ ਦੇ ਬੱਚੇ ਤੇ 2015 ਦੀ ਜਿਹੜੀ ਇੱਕ ਉਹਦੀ ਫੋਟੋ ਸੀ ਉਹਦੇ ਆਧਾਰ ਤੇ ਪਰਚਾ ਦੇਤਾ। ਜੇ ਹੀ ਪੈਮਾਨਾ ਔਰ ਜੇ ਤੁਹਾਡੇ 72 ਘੰਟੇ ਪੂਰੇ ਹੋ ਗਏ ਆ ਤੇ ਅਨਮੋਲ ਗਗਨ ਮਾਨ ਦੀ ਅੱਜ ਵੀ ਫੋਟੋ ਸੋਸ਼ਲ ਮੀਡੀਆ ਪੇजेस ਤੇ ਚੜੀ ਆ ਔਰ ਇੱਕ ਨਹੀਂ ਅਨੇਕਾਂ ਹੀ ਮੈਂ ਕਿੰਨੀਆਂ ਕੋਨੀਆਂ ਕੱਢ ਕੇ ਦਿਖਾ ਦੂੰਗਾ ਜਿਹੜੀ ਗਨ ਕਲਚਰ ਨੂੰ ਪ੍ਰਮੋਟ ਕਰ ਰਹੀਆਂ ਤੁਹਾਡੇ ਕਹਿਣ ਦੇ ਹਿਸਾਬ ਨਾਲ। ਅੱਜ ਲੱਗ ਜੂ ਪਤਾ ਕਿ ਇਹ ਕਾਨੂੰਨ ਸਿਰਫ ਆਮ ਆਦਮੀ ਲਈ ਲਿਆ
ਕਿ ਖਾਸ ਆਦਮੀਆਂ ਤੇ ਵੀ ਪਰਚਾ ਹੋਊਗਾ ਕਿ ਮੰਤਰੀ ਲਈ ਕਾਨੂੰਨ ਵੱਖਰਾ ਤੇ ਸੰਤਰੀ ਲਈ ਵੱਖਰਾ। ਕਾਈਂਡਲੀ ਇਹਨਾਂ ਗੱਲਾਂ ਤੋਂ ਗੁਰੇਜ਼ ਕਰਦੇ ਹੋਏ ਪੰਜਾਬ ਦੇ ਹਾਲਾਤਾਂ ਨੂੰ ਸੁਧਾਰਨ ਦੇ ਕੰਮ ਕਰੋ। ਮੈਨੂੰ ਪਤਾ ਤੁਸੀਂ ਬੜੇ ਕੇਪੇਬਲ ਅਫਸਰ ਹੋ, ਮਗਰ ਸ਼ਾਇਦ ਤੁਹਾਨੂੰ ਤੁਹਾਡੇ ਚੀਫ ਮਿਨਿਸਟਰ ਸਾਹਿਬ ਜਾਂ ਆਪ ਦੀ ਸਰਕਾਰ ਤੁਹਾਨੂੰ ਕੰਮ ਨਹੀਂ ਖੁੱਲ੍ਹ ਕੇ ਕਰਨ ਦੇ ਰਹੀ ਕਿ ਤੁਸੀਂ ਇਹ ਲੋਕਾਂ ਨੂੰ ਬਣਦਾ ਇਨਸਾਫ ਨਹੀਂ ਦੇ ਪਾ। ਉਧਰ ਪੰਜਾਬ ਪੁਲਿਸ ਦੇ ਆਈਜੀ ਹੈੱਡਕੁਆਰਟਰ ਸੁਖਚੈਨ ਸਿੰਘ ਗਿੱਲ ਨੇ ਕਿਹਾ ਹੈ ਕਿ ਕਾਰਵਾਈ ਨੂੰ ਲੈ ਕੇ ਸਰਕਾਰ ਜਾਂ ਕਾਨੂੰਨ ਕੋਈ ਪੱਖਪਾਤ ਨਹੀਂ ਕਰੇਗਾ। ਉਹਨਾਂ ਕਿਹਾ ਕਿ ਹੁਣ ਤੱਕ ਹਥਿਆਰਾਂ ਦੀ ਨੁਮਾਇਸ਼ ਨੂੰ ਲੈ ਕੇ ਪੁਲਿਸ ਨੇ 137 ਲੋਕਾਂ ਦੇ ਖਿਲਾਫ FIR ਦਰਜ ਕੀਤੀ ਹੈ। ਸੁਖਚੈਨ ਸਿੰਘ ਨੇ ਇੱਕ ਵਾਰ ਮੁੜ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਸੋਸ਼ਲ ਮੀਡੀਆ ਤੋਂ ਹਥਿਆਰਾਂ ਦੀਆਂ ਪੋਸਟਾਂ ਹਟਾ ਲੈਣ। ਜ਼ਿਲ੍ਹਾਵਾਰ ਉਹਨਾਂ ਦੀਆਂ ਲਿਸਟਾਂ ਬਣਾ ਲਈਆਂ ਗਈਆਂ ਨੇ, ਕਿੰਨੇ ਲਾਇਸੈਂਸਿਸ ਨੇ ਜਿਹੜੇ ਉਹ ਇੱਕ ਵੈਪਨ ਇੱਕ ਪ੍ਰੋਵੀਜ਼ਨ ਹੈ ਲਾਅ ਦੇ ਵਿੱਚ ਕਿ 2019 ਜਦੋਂ ਅਮੈਂਡਮੈਂਟ ਹੋਈ ਸੀਗੀ ਤਾਂ ਉਹ 'ਚ ਪ੍ਰੋਵੀਜ਼ਨ ਸੀਗੀ ਕਿ ਇੱਕ ਲਾਇਸੈਂਸ ਦੇ ਉੱਤੇ 2 ਤੋਂ ਵੱਧ ਵੈਪਨ ਨਹੀਂ ਹੋ ਸਕਦੇ। ਜਿੱਥੇ ਕੋਈ ਵੈਪਨ ਦਾ ਮਿਸਯੂਜ਼ ਕਰਦਾ ਹੈ ਜੀ, ਆਰਮਸ ਐਕਟ ਦਾ ਸੈਕਸ਼ਨ 25 ਆ, ਜਿੱਥੇ ਕੋਈ ਵੈਪਨ ਦਾ ਮਿਸਯੂਜ਼ ਕਰਦਾ ਹੈ, ਜਿੱਦਾਂ ਗੋਲੀ ਚਲਾ ਰਿਹਾ ਸੀ, ਉੱਥੇ ਆਰਮਸ ਐਕਟ ਲੱਗੇਗਾ, ਨਹੀਂ ਲੱਗੇਗਾ ਤਾਂ ਲੱਗੇਗਾ। ਜਿਹੜਾ ਕੋਈ ਡਿਸਪਲੇ ਗਲੋਰੀਫਿਕੇਸ਼ਨ ਦਾ ਸੀਗਾ ਉਹ 188 ਚ ਕਈ ਕਵਰ ਹੁੰਦੇ ਆ, ਪਰ ਜਿਹੜੀ ਤੁਸੀਂ ਗੱਲ ਕਰਦੇ ਹੋ ਸਪੈਸੀਫਿਕ ਕੇਸ ਦੀ, ਜੇ ਉੱਥੇ ਆਰਮਸ ਐਕਟ ਨਹੀਂ ਲੱਗਿਆ ਤਾਂ ਉਹ ਲੱਗੇਗਾ। ਜੇ ਕੋਈ ਹਵਾਈ ਫਾਇਰਿੰਗ ਕਰਦਾ ਹੈ ਐਂਡ ਰਿਕਾਰਡਡ ਆ, ਉਹਦੇ ਵਿੱਚ ਆਰਮਸ ਐਕਟ ਲੱਗੇਗਾ। ਹਾਲਾਂਕਿ ਹਥਿਆਰਾਂ ਦੇ ਰੱਖਣ ਜਾਂ ਨਾ ਰੱਖਣ ਨੂੰ ਲੈ ਕੇ ਜਿਹੜੀ ਚਰਚਾ ਚੱਲ ਰਹੀ ਹੈ, ਸਰਕਾਰ ਦੀਆਂ ਪਾਬੰਦੀਆਂ ਨੂੰ ਲੈ ਕੇ ਜਿਹੜੀ ਚਰਚਾ ਚੱਲ ਰਹੀ ਹੈ, ਉਸ ਦੇ ਵਿੱਚ ਜ਼ਿਆਦਾਤਰ ਲੋਕ ਇਸ ਪੱਖ ਦੇ ਵਿੱਚ ਨੇ ਕਿ ਹਥਿਆਰ ਰੱਖਣ ਦਾ ਅਧਿਕਾਰ ਸੰਵਿਧਾਨ ਹਰੇਕ ਨਾਗਰਿਕ ਨੂੰ ਦਿੰਦਾ ਹੈ। ਕਾਨੂੰਨੀ ਤੌਰ ਤੇ ਲਾਇਸੈਂਸੀ ਹਥਿਆਰ ਰੱਖੇ ਜਾ ਸਕਦੇ ਨੇ, ਤਾਂ ਫਿਰ ਪੰਜਾਬ ਸਰਕਾਰ ਅਜਿਹਾ ਕਰਕੇ ਲੋਕਾਂ ਦੀ ਆਵਾਜ਼ ਨੂੰ ਦੱਬਣਾ ਕਿਉਂ ਚਾਹੁੰਦੀ ਹੈ? ਜੇ ਕੋਈ ਹਥਿਆਰਾਂ ਦੇ ਨਾਲ ਆਪਣੀ ਫੋਟੋ ਸੋਸ਼ਲ ਮੀਡੀਆ ਤੇ ਅਪਲੋਡ ਕਰ ਰਿਹਾ ਹੈ ਤਾਂ ਉਹਦੇ ਵਿੱਚ ਉਹਦੀ ਨਿੱਜੀ ਮਰਜ਼ੀ ਕਿੱਧਰ ਗਈ, ਜਦੋਂ ਪੰਜਾਬ ਸਰਕਾਰ ਹੈ ਜਿਹੜੀ ਉਹ ਕਾਬੂ ਕਰਨ ਦੇ ਜਿਹੜੇ ਤਾਨਾਸ਼ਾਹੀ ਫਰਮਾਨ ਹੈ ਉਹ ਜਾਰੀ ਕਰ ਰਹੀ ਹੈ। ਉਧਰ ਪੰਜਾਬ ਸਰਕਾਰ ਦੇ ਵੱਲੋਂ ਦਿੱਤੀ ਗਈ 72 ਘੰਟਿਆਂ ਦੀ ਮੌਲਤ ਤੋਂ ਬਾਅਦ ਵੀ ਪੰਜਾਬ ਪੁਲਿਸ ਦੇ ਇੰਸਪੈਕਟਰ ਗੁਰਕਿਰਪਾਲ ਸਿੰਘ ਦੇ ਵੱਲੋਂ ਆਪਣੇ ਫੇਸਬੁੱਕ ਅਕਾਊਂਟ ਤੇ ਪਾਈ ਗਈ ਨਜਾਇਜ਼ ਹਥਿਆਰਾਂ ਦੇ ਨਾਲ ਫੋਟੋ ਡਿਲੀਟ ਨਾ ਕਰਨ ਤੇ ਪੱਤਰਕਾਰ ਅਜੇ ਕੁਮਾਰ ਨੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੂੰ ਲਿਖਤੀ ਸ਼ਿਕਾਇਤ ਭੇਜੀ ਹੈ ਕਿ ਆਮ ਪਬਲਿਕ ਦੇ ਵਿੱਚੋਂ ਜੇ ਕੋਈ ਵੀ ਵਿਅਕਤੀ ਹਥਿਆਰਾਂ ਦੀ ਸੋਸ਼ਲ ਮੀਡੀਆ ਤੇ ਨੁਮਾਇਸ਼ ਕਰਦਾ ਹੈ, ਉਹਨਾਂ ਦੇ ਖਿਲਾਫ ਤਾਂ ਤੁਰੰਤ ਪਰਚੇ ਦਰਜ ਕੀਤੇ ਜਾ ਰਹੇ ਨੇ, ਪਰ ਪੰਜਾਬ ਪੁਲਿਸ ਦੇ ਆਪਣੇ ਹੀ ਅਫਸਰ ਸ਼ਰੇਆਮ ਇਹਨਾਂ ਸਰਕਾਰੀ ਹੁਕਮਾਂ ਦੀਆਂ ਧੱਜੀਆਂ ਉਡਾ ਰਹੇ ਨੇ। ਪੱਤਰਕਾਰ ਨੇ ਪੰਜਾਬ ਪੁਲਿਸ ਦੇ ਅਫਸਰ ਇੰਸਪੈਕਟਰ ਗੁਰਕਿਰਪਾਲ ਸਿੰਘ ਦਾ ਸੋਸ਼ਲ ਮੀਡੀਆ ਖਾਤਾ ਵੀ ਮੈਂਸ਼ਨ ਕੀਤਾ ਹੈ, ਜਿਹੜੇ ਕਿ ਸਪੋਰਟਸ ਸੈਂਟਰ PAP ਕੈਂਪਸ ਜਲੰਧਰ ਦੇ ਵਿੱਚ ਤੈਨਾਤ ਨੇ। ਉਹਨਾਂ ਇਲਜ਼ਾਮ ਲਾਇਆ ਹੈ ਕਿ ਜਾਣਬੁੱਝ ਕੇ ਇਹਨਾਂ ਨੇ ਆਪਣੀ ਇੱਕ ਫੋਟੋ ਨਜਾਇਜ਼ ਹਥਿਆਰਾਂ ਦੇ ਨਾਲ ਆਪਣੇ ਫੇਸਬੁੱਕ ਖਾਤੇ ਤੇ ਅਪਲੋਡ ਕੀਤੀ ਹੋਈ ਹੈ। ਇਹ ਵੀ ਦਾਅਵਾ ਕੀਤਾ ਪੱਤਰਕਾਰ ਨੇ ਕਿ ਅਫਸਰ ਆਮ ਆਦਮੀ ਪਾਰਟੀ ਦੇ ਲੋਕਲ ਵਿਧਾਇਕ ਦਾ ਕਰੀਬੀ ਹੈ ਤੇ ਅਫਸਰ ਦੀਆਂ ਆਪ ਦੇ ਵਿਧਾਇਕ ਨਾਲ ਤੇ ਪੰਜਾਬ ਪੁਲਿਸ ਦੇ ਕਈ ਸੀਨੀਅਰ ਅਫਸਰਾਂ ਦੇ ਨਾਲ ਤਸਵੀਰਾਂ ਵੀ ਸੋਸ਼ਲ ਮੀਡੀਆ ਤੇ ਮੌਜੂਦ ਨੇ। ਪੱਤਰਕਾਰ ਨੇ ਇਸ ਪੁਲਿਸ ਅਧਿਕਾਰੀ ਨੂੰ ਤੁਰੰਤ ਬਰਖਾਸਤ ਕਰਕੇ ਇਸ ਦੇ ਖਿਲਾਫ ਕਾਰਵਾਈ ਕਰਨ ਦੀ ਮੰਗ ਕੀਤੀ ਹੈ। ਤੇ ਅਗਲੀ ਖਬਰ ਕਿਤੇ ਨਾ ਕਿਤੇ ਮਾਨ ਸਰਕਾਰ ਦੇ ਤਾਜ਼ਾ ਕੀਤੇ ਗਏ ਐਲਾਨ ਤੇ ਸਵਾਲ ਵੀ ਖੜੇ ਕਰਦੀ ਹੈ ਕਿ ਕਿਤੇ ਸਰਕਾਰ ਸਿਰਫ ਸੋਸ਼ਲ ਮੀਡੀਆ ਤੇ ਸਖਤੀ ਕਰਕੇ ਆਪਣੀ ਜ਼ਿੰਮੇਵਾਰੀ ਪੂਰੀ ਤਾਂ ਨਹੀਂ ਕਰ ਰਹੀ, ਕਿਉਂਕਿ ਜ਼ਮੀਨੀ ਹਕੀਕਤ ਇਸ ਤੋਂ ਕਾਫੀ ਪਰੇ ਹੈ। ਬਟਾਲਾ ਦੇ ਨੈਸ਼ਨਲ ਹਾਈਵੇ ਤੇ ਵਾਪਰੀ ਵਾਰਦਾਤ ਇਸੇ ਤੇ ਹੀ ਮੋਹਰ ਲਾ ਰਹੀ ਹੈ। ਬਟਾਲਾ ਨੈਸ਼ਨਲ ਹਾਈਵੇ ਤੇ ਅਕਾਲੀ ਲੀਡਰ ਅਜੀਤਪਾਲ ਸਿੰਘ ਦਾ ਸ਼ਰੇਆਮ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ। ਉਹ ਆਪਣੇ ਦੋਸਤ ਦੇ ਨਾਲ ਅੰਮ੍ਰਿਤਸਰ ਜਾ ਰਿਹਾ ਸੀ। ਵਾਰਦਾਤ ਪਠਾਨਕੋਟ ਅੰਮ੍ਰਿਤਸਰ ਹਾਈਵੇ ਤੇ ਬਟਾਲਾ ਨੇੜੇ ਪਿੰਡ ਸ਼ੇਖੂਪੁਰ ਚ ਵਾਪਰੀ। 50 ਸਾਲ ਦੇ ਅਜੀਤਪਾਲ ਸਿੰਘ ਦੇ ਨਾਲ ਜਦੋਂ ਵਾਰਦਾਤ ਵਾਪਰੀ ਤਾਂ ਉਸ ਦਾ ਮਿੱਤਰ ਅੰਮ੍ਰਿਤਪਾਲ ਸਿੰਘ ਵੀ ਉਸ ਦੇ ਨਾਲ ਹੀ ਸੀ, ਜਿਹੜਾ ਕਿ ਉਸ ਨੂੰ ਹਸਪਤਾਲ ਵੀ ਲੈ ਕੇ ਗਿਆ, ਪਰ ਅਜੀਤਪਾਲ ਸਿੰਘ ਨੂੰ ਮ੍ਰਿਤਕ ਐਲਾਨ ਦਿੱਤਾ ਗਿਆ। ਹਾਲਾਂਕਿ ਪੁਲਿਸ ਨੇ ਮਰਡਰ ਕੇਸ ਸੁਲਝਾਉਣ ਦਾ ਦਾਅਵਾ ਕੀਤਾ ਹੈ ਤੇ ਦੋਸਤ ਅੰਮ੍ਰਿਤਪਾਲ ਹੀ ਆਪਣੇ ਦੋਸਤ ਅਜੀਤਪਾਲ ਦਾ ਕਾਤਲ ਨਿਕਲਿਆ ਹੈ। ਇਸ ਮਾਮਲੇ ਦੇ ਵਿੱਚ ਹੈਰਾਨੀਜਨਕ ਮੋੜ ਆਇਆ ਉਸੇ ਦਿਨ ਹੀ ਮੰਗਲਵਾਰ ਨੂੰ ਹੀ ਵਾਰਦਾਤ ਵਾਪਰਦੀ ਹੈ ਤੇ ਮੰਗਲਵਾਰ ਨੂੰ ਹੀ ਪੁਲਿਸ ਇਸ ਮਰਡਰ ਕੇਸ ਨੂੰ ਸੁਲਝਾ ਲੈਂਦੀ ਹੈ, ਜਦੋਂ ਤਫਤੀਸ਼ ਦੌਰਾਨ ਅੰਮ੍ਰਿਤਪਾਲ ਸਿੰਘ ਹੀ ਕਾਤਲ ਨਿਕਲਿਆ ਹੈ। ਉਸਦੇ ਇੱਕ ਹੋਰ ਸਾਥੀ ਨੇ ਕਤਲ ਦੇ ਵਿੱਚ ਮਦਦ ਕੀਤੀ। SSP ਬਟਾਲਾ ਸਤਿੰਦਰ ਸਿੰਘ ਨੇ ਦੱਸਿਆ ਕਿ ਪੁਲਿਸ ਨੂੰ ਜਦੋਂ ਘਟਨਾ ਦੀ ਸੂਚਨਾ ਮਿਲੀ ਤਾਂ ਪੁਲਿਸ ਨੇ ਮ੍ਰਿਤਕ ਦੇ ਦੋਸਤ ਅੰਮ੍ਰਿਤਪਾਲ ਸਿੰਘ ਦੇ ਬਿਆਨਾਂ ਦੇ ਆਧਾਰ ਤੇ ਕਤਲ ਦਾ ਮੁਕੱਦਮਾ ਦਰਜ ਕਰਕੇ ਗੰਭੀਰਤਾ ਦੇ ਨਾਲ ਜਾਂਚ ਸ਼ੁਰੂ ਕੀਤੀ ਅਤੇ ਸਭ ਤੋਂ ਪਹਿਲਾਂ ਪੁੱਛ ਪੜਤਾਲ ਅੰਮ੍ਰਿਤਪਾਲ ਸਿੰਘ ਤੋਂ ਕੀਤੀ ਗਈ। ਪਤਾ ਲੱਗਿਆ ਕਿ ਅਜੀਤਪਾਲ ਤੇ ਅੰਮ੍ਰਿਤਪਾਲ ਦੋਵੇਂ ਹੀ ਚੰਗੇ ਦੋਸਤ ਸਨ, ਪਰ ਅੰਮ੍ਰਿਤਪਾਲ ਸਿੰਘ ਨੂੰ ਅਜੀਤਪਾਲ ਸਿੰਘ ਤੇ ਉਸਦੇ ਸ਼ਰੀਕੇ ਵਾਲਿਆਂ ਨਾਲ ਸੰਬੰਧ ਰੱਖਣ ਤੇ ਇਤਰਾਜ਼ ਸੀ। ਇਸ ਬਾਰੇ ਜਦੋਂ ਉਹ ਇੱਕ ਹੋਟਲ ਦੇ ਵਿੱਚ ਬੈਠੇ ਸੀ, ਰਾਤ ਨੂੰ ਦੋਵਾਂ 'ਚ ਬਹਿਸ ਹੋ ਗਈ। ਅੰਮ੍ਰਿਤਪਾਲ ਸਿੰਘ ਨੇ ਅਜੀਤਪਾਲ ਤੇ ਗੋਲੀ ਚਲਾ ਦਿੱਤੀ ਤੇ ਬਾਅਦ ਵਿੱਚ ਇੱਕ ਝੂਠੀ ਮੂਠੀ ਕਹਾਣੀ ਘੜ ਕੇ ਲਾਸ਼ ਨੂੰ ਗੱਡੀ ਵਿੱਚ ਰੱਖ ਕੇ ਅੰਮ੍ਰਿਤਸਰ ਦੇ ਹਸਪਤਾਲ ਦੇ ਵਿੱਚ ਲੈ ਗਿਆ। ਮ੍ਰਿਤਕ ਦੀ ਪਤਨੀ ਬਲਾਕ ਸਮਿਤੀ ਦੀ ਮੈਂਬਰ ਵੀ ਰਹਿ ਚੁੱਕੀ ਹੈ।
ਉਧਰ ਅਕਾਲੀ ਦਲ ਨੇ ਇੱਕ ਵਾਰ ਮੁੜ ਤੋਂ ਸੂਬੇ ਦੇ ਕਾਨੂੰਨੀ ਹਾਲਾਤਾਂ ਨੂੰ ਲੈ ਕੇ ਸਰਕਾਰ ਨੂੰ ਘੇਰਿਆ ਹੈ। ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਕਿਹਾ ਹੈ ਕਿ ਮੁੱਖ ਮੰਤਰੀ ਭਗਵੰਤ ਮਾਨ ਨੂੰ ਸੂਬੇ ਦੇ ਵਿੱਚ ਕਾਨੂੰਨ ਵਿਵਸਥਾ ਕਾਇਮ ਰੱਖਣ ਅਤੇ ਸੂਬੇ ਦੇ ਵਿੱਚ ਫਿਰਕੂ ਸਦਭਾਵਨਾ ਬਣਾਈ ਰੱਖਣ ਦੇ ਵਿੱਚ ਵੀ ਫੇਲ ਹੋਣ ਦੀ ਜ਼ਿੰਮੇਵਾਰੀ ਲੈਂਦਿਆਂ ਆਪਣੇ ਅਹੁਦੇ ਤੋਂ ਅਸਤੀਫਾ ਦੇਣਾ ਚਾਹੀਦਾ ਹੈ। ਯਾਨੀ ਕਿ ਸੁਖਬੀਰ ਬਾਦਲ ਨੇ ਭਗਵੰਤ ਮਾਨ ਤੋਂ ਅਸਤੀਫਾ ਮੰਗਿਆ ਹੈ। ਕਿਹਾ ਕਿ ਬਜਾਏ ਢੁਕਵੇਂ ਕਦਮ ਚੁੱਕ ਕੇ ਪੰਜਾਬੀਆਂ ਦੇ ਵਿੱਚ ਵਿਸ਼ਵਾਸ ਬਹਾਲ ਕਰਨ ਦੇ ਮੁੱਖ ਮੰਤਰੀ ਆਪਣੀ ਵਜ਼ਾਰਤ ਸਮੇਤ ਆਮ ਆਦਮੀ ਪਾਰਟੀ ਦਾ ਪ੍ਰਚਾਰ ਕਰਨ ਦੇ ਵਾਸਤੇ ਗੁਜਰਾਤ ਭੱਜ ਗਏ ਨੇ। ਉਹਨਾਂ ਕਿਹਾ ਕਿ ਸੂਬੇ ਦੇ ਇਤਿਹਾਸ ਦੇ ਵਿੱਚ ਅਜਿਹੇ ਹਾਲਾਤ ਪਹਿਲਾਂ ਕਦੇ ਨਹੀਂ ਬਣੇ ਕਿ ਚੁਣੀ ਹੋਈ ਸਰਕਾਰ ਆਪਣੇ ਲੋਕਾਂ ਨੂੰ ਹੀ ਭੁੱਲ ਗਈ ਤੇ ਸੂਬੇ ਨੂੰ ਅਰਾਜਕਤਾ ਦੇ ਵਿੱਚ ਧੱਕ ਦਿੱਤਾ। ਰੋਡ ਰੇਜ ਦੇ ਇੱਕ 34 ਸਾਲ ਪੁਰਾਣੇ ਮਾਮਲੇ ਦੇ ਵਿੱਚ 1 ਸਾਲ ਦੀ ਸਜ਼ਾ ਕੱਟ ਰਹੇ ਪੰਜਾਬ ਕਾਂਗਰਸ ਦੇ ਸਾਬਕਾ ਪ੍ਰਧਾਨ ਨਵਜੋਤ ਸਿੰਘ ਸਿੱਧੂ ਦੀ ਸਮੇਂ ਤੋਂ ਪਹਿਲਾਂ ਰਿਹਾਈ ਦੀ ਚਰਚਾ ਤੇਜ਼ ਹੋ ਰਹੀ ਹੈ। ਸੂਤਰਾਂ ਮੁਤਾਬਿਕ ਸਿੱਧੂ ਦੇ ਚੰਗੇ ਆਚਰਣ ਕਰਕੇ ਸਰਕਾਰ ਆਮ ਆਦਮੀ ਪਾਰਟੀ ਦੀ ਸਰਕਾਰ ਸਿੱਧੂ ਨੂੰ 26 ਜਨਵਰੀ 2023 ਨੂੰ ਰਿਹਾ ਕਰ ਸਕਦੀ ਹੈ। ਹਾਲਾਂਕਿ ਇਸ ਦੀ ਅਧਿਕਾਰਿਕ ਪੁਸ਼ਟੀ ਨਹੀਂ ਹੋਈ ਹੈ। ਜੇਲ੍ਹ ਪ੍ਰਸ਼ਾਸਨ ਨੇ ਸਿੱਧੂ ਦੇ ਚੰਗੇ ਆਚਰਣ ਨੂੰ ਲੈ ਕੇ ਹਾਂ ਪੱਖੀ ਰਿਪੋਰਟ ਦਿੱਤੀ ਹੈ। ਹਾਲਾਂਕਿ ਸਰਕਾਰ ਨੇ ਹਾਲੇ ਕੋਈ ਪੁਸ਼ਟੀ ਨਹੀਂ ਕੀਤੀ, ਪਰ ਦੱਸਿਆ ਜਾ ਰਿਹਾ ਹੈ ਕਿ ਗਣਤੰਤਰ ਦਿਵਸ ਮੌਕੇ ਉਹ ਜੇਲ੍ਹ ਚੋਂ ਬਾਹਰ ਆ ਸਕਦੇ ਨੇ। 3 ਕਾਰਨ ਹੋ ਸਕਦੇ ਨੇ। ਸਭ ਤੋਂ ਪਹਿਲਾਂ ਤਾਂ ਸਿੱਧੂ ਦਾ ਜੇਲ੍ਹ ਦੇ ਵਿੱਚ ਚੰਗਾ ਵਿਵਹਾਰ, ਦੂਸਰਾ ਕਲਰਕ ਦੇ ਤੌਰ ਤੇ ਵੀ ਸਿੱਧੂ ਨੇ ਕਹਿੰਦੇ ਆਪਣੀ ਜ਼ਿੰਮੇਵਾਰੀ ਪੂਰੀ ਇਮਾਨਦਾਰੀ ਦੇ ਨਾਲ ਨਿਭਾਈ ਹੈ ਤੇ ਕਦੇ ਛੁੱਟੀ ਵੀ ਨਹੀਂ ਲਈ ਆਪਣੀ ਜੇਲ੍ਹ ਵਾਲੀ ਨੌਕਰੀ ਦਰਮਿਆਨ। ਤੇ ਇਸੇ ਮਸਲੇ ਤੇ ਨਵਜੋਤ ਸਿੰਘ ਸਿੱਧੂ ਦੇ ਪੁਰਾਣੇ ਸਾਥੀ ਰਹੇ ਤੇ ਉਹਨਾਂ ਦੇ ਹਮ ਪਾਰਟੀ ਯਾਨੀ ਕਿ ਕਾਂਗਰਸ ਦੇ ਹੀ ਲੀਡਰ ਸੁਖਜਿੰਦਰ ਸਿੰਘ ਰੰਧਾਵਾ ਨੂੰ ਲੱਗਦਾ ਹੈ ਤਕਲੀਫ ਹੋਈ ਹੈ। ਰੰਧਾਵਾ ਨੇ ਸਿੱਧੂ ਤੇ ਨਿਸ਼ਾਨਾ ਸਾਧਦਿਆਂ ਕਿਹਾ ਕਿ ਸਿੱਧੂ ਨੇ ਚਰਚਾ ਦੇ ਵਿੱਚ ਰਹਿਣ ਦੇ ਲਈ ਖੁਦ ਇਹ ਖਬਰ ਫੈਲਾਈ ਹੈ। ਨਾਲ ਹੀ ਜਿਹੜੀ ਪਿਛਲੇ ਦਿਨੀ ਪ੍ਰਿਯੰਕਾ ਗਾਂਧੀ ਦੇ ਵੱਲੋਂ ਨਵਜੋਤ ਸਿੰਘ ਸਿੱਧੂ ਨੂੰ ਜਿਹੜੀ ਚਿੱਠੀ ਭੇਜੀ ਗਈ ਹੈ ਉਹ ਤੇ ਵੀ ਦਾਅਵਾ ਕੀਤਾ ਹੈ ਕਿ ਮੈਨੂੰ ਨਹੀਂ ਲੱਗਦਾ ਕਿ ਕਾਂਗਰਸ ਹਾਈਕਮਾਨ ਨੇ ਸਿੱਧੂ ਨੂੰ ਕੋਈ ਚਿੱਠੀ ਭੇਜੀ ਹੈ। ਉਹਨੇ ਕਿਹਾ ਕਿ ਜੇ ਕੋਈ ਚਿੱਠੀ ਹਾਈਕਮਾਨ ਤੋਂ ਆਈ ਹੈ ਤਾਂ ਹੈ ਕਿੱਥੇ? ਜੇ ਚਿੱਠੀ ਸਾਹਮਣੇ ਆਈ ਤਾਂ ਫਿਰ ਸੋਚਾਂਗੇ ਕਿ ਅੱਗੇ ਕਰਨਾ ਕੀ ਹੈ। ਪੰਜਾਬ ਸਰਕਾਰ ਨੇ ਕੀਰਤਪੁਰ ਸਾਹਿਬ ਰੇਲ ਹਾਦਸੇ ਦੇ ਪੀੜਤ ਪਰਿਵਾਰਾਂ ਦੇ ਲਈ 1-1 ਲੱਖ ਰੁਪਏ ਦੇ ਮੁਆਵਜ਼ੇ ਦਾ ਐਲਾਨ ਕੀਤਾ ਹੈ। ਹਾਦਸੇ ਦੇ ਪੀੜਤ ਪਰਿਵਾਰਾਂ ਨੂੰ ਮਿਲਣ ਪਹੁੰਚੇ ਸ਼੍ਰੀ ਅਨੰਦਪੁਰ ਸਾਹਿਬ ਦੀ ਐਸਡੀਐਮ ਮਨੀਸ਼ਾ ਰਾਣਾ ਨੇ ਇਸ ਮੁਆਵਜ਼ੇ ਦੀ ਜਾਣਕਾਰੀ ਦਿੱਤੀ। ਇਸ ਦੇ ਨਾਲ ਹੀ ਸ਼੍ਰੀ ਅਨੰਦਪੁਰ ਸਾਹਿਬ ਤੋਂ ਮੈਂਬਰ ਪਾਰਲੀਮੈਂਟ ਮਨੀਸ਼ ਤਿਵਾੜੀ ਵੀ ਕੀਰਤਪੁਰ ਸਾਹਿਬ ਰੇਲ ਹਾਦਸੇ ਦੇ ਵਿੱਚ ਮਰਨ ਵਾਲੇ ਬੱਚਿਆਂ ਦੇ ਪੀੜਤ ਪਰਿਵਾਰਾਂ ਨੂੰ ਮਿਲਣ ਪਹੁੰਚੇ, ਦੁੱਖ ਸਾਂਝਾ ਕੀਤਾ। ਤਿਵਾੜੀ ਨੇ ਕਿਹਾ ਕਿ ਇਸ ਮਾਮਲੇ ਦੇ ਵਿੱਚ ਰੇਲਵੇ ਮੰਤਰੀ ਨੂੰ ਛੇਤੀ ਮਿਲਣਗੇ। ਸਰਕਾਰ ਅਤੇ ਪ੍ਰਸ਼ਾਸਨ ਦੇ ਵੱਲੋਂ ਜਿੰਨੀ ਵੱਧੋ ਵੱਧ ਮਦਦ ਹੋ ਸਕਦੀ ਹੈ ਉਹ ਕਰਵਾਉਣਗੇ। ਸੰਸਦ ਮੈਂਬਰ ਨੇ ਹਾਦਸੇ ਨੂੰ ਰੇਲਵੇ ਵਿਭਾਗ ਦੀ ਅਣਗਹਿਲੀ ਦੱਸਿਆ ਤੇ ਇਹਨਾਂ ਦੋਸ਼ੀਆਂ ਦੇ ਖਿਲਾਫ ਸਖਤ ਕਾਰਵਾਈ ਕਰਨ ਦੇ ਲਈ ਰੇਲਵੇ ਵਿਭਾਗ ਦੇ ਅਧਿਕਾਰੀਆਂ ਨੂੰ ਨਿਰਦੇਸ਼ ਵੀ ਦਿੱਤੇ। ਤਿਵਾੜੀ ਨੇ ਕਿਹਾ ਕਿ ਇਹ ਕਿਵੇਂ ਸੰਭਵ ਹੈ ਕਿ ਸਵੇਰੇ 11 ਵਜੇ ਜਦੋਂ ਪੂਰਾ ਦਿਨ ਚੜਿਆ ਹੁੰਦਾ, ਧੁੱਪ ਨਿਕਲੀ ਹੁੰਦੀ ਹੈ, ਡਰਾਈਵਰ ਨੂੰ ਰੇਲਵੇ ਟਰੈਕ ਤੇ ਖੇਡਦੇ ਬੱਚੇ ਹੀ ਨਹੀਂ ਦਿਖਾਈ ਦਿੱਤੇ। ਰੇਲ ਗੱਡੀ ਕਿਵੇਂ 3 ਬੱਚਿਆਂ ਨੂੰ ਦਰੜਦੇ ਹੋਏ ਚਲੀ ਗਈ। ਇਸ ਦੌਰਾਨ ਹੀ ਪੰਜਾਬ ਸਰਕਾਰ ਨੇ ਪੀੜਤ ਪਰਿਵਾਰਾਂ ਦੇ ਲਈ 1-1 ਲੱਖ ਰੁਪਏ ਦੇ ਮੁਆਵਜ਼ੇ ਦਾ ਐਲਾਨ ਕੀਤਾ। 2015 ਦੇ ਵਿੱਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਤੋਂ ਬਾਅਦ ਵਾਪਰੇ ਬਹਿਬਲ ਕਲਾਂ ਗੋਲੀ ਕਾਂਡ ਮਾਮਲੇ ਦੀ ਜਾਂਚ ਦੇ ਵਿੱਚ ਸ਼ਾਮਿਲ ਹੋਣ ਦੇ ਲਈ ਸਾਬਕਾ ਡੀਜੀਪੀ ਸੁਮੇਧ ਸੈਣੀ ਮੰਗਲਵਾਰ ਨੂੰ ਵੀ ਸਿੱਟ ਦੇ ਮੂਹਰੇ ਪੇਸ਼ ਨਹੀਂ ਹੋਏ। ਸੁਮੇਧ ਸੈਣੀ ਨੂੰ ਦੁਪਹਿਰੇ 2 ਵਜੇ ਤੱਕ ਪੇਸ਼ ਹੋਣ ਲਈ ਸੰਮਨ ਭੇਜਿਆ ਗਿਆ ਸੀ। ਸੈਣੀ ਨੂੰ ਕੋਟਕਪੂਰਾ ਗੋਲੀकांड ਮਾਮਲੇ ਦੀ ਜਾਂਚ ਵਿੱਚ ਸ਼ਾਮਲ ਹੋਣ ਦੇ ਲਈ ਸੰਮਨ ਭੇਜਿਆ ਗਿਆ ਸੀ, ਪਰ ਸੈਣੀ ਨੇ ਇਸ ਸੰਮਨ ਨੂੰ ਗੌਲਿਆ ਤੱਕ ਨਹੀਂ। ਸੈਣੀ ਇਸ ਜਾਂਚ ਦੇ ਵਿੱਚ ਸ਼ਾਮਲ ਨਹੀਂ ਹੋਇਆ। ਹੁਣ ਅਗਲਾ ਸੰਮਨ ਕਿਹੜੀ ਤਰੀਕ ਦਾ ਭੇਜਿਆ ਜਾਵੇਗਾ, ਇਸ ਬਾਰੇ ਹਾਲੇ ਤੱਕ ਜਾਣਕਾਰੀ ਨਹੀਂ ਮਿਲ ਸਕੀ ਹੈ। ਵਾਰਿਸ ਪੰਜਾਬ ਦੇ ਜਥੇਬੰਦੀ ਦੇ ਨੌਜਵਾਨ ਲੀਡਰ ਭਾਈ ਅਮਰਤਪਾਲ ਸਿੰਘ ਦੀ ਅਗਵਾਈ ਦੇ ਵਿੱਚ ਸ਼ੁਰੂ ਕੀਤੀ ਖਾਲਸਾ ਵਹੀਰ ਨੂੰ ਮੰਗਲਵਾਰ ਨੂੰ ਪੂਰੇ 7 ਦਿਨ ਹੋ ਚੁੱਕੇ ਨੇ। ਖਾਲਸਾ ਵਹੀਰ ਆਪਣੇ 5ਵੇਂ ਪੜਾਅ ਤਹਿਤ ਬਾਬਾ ਬਕਾਲਾ ਸਾਹਿਬ ਤੋਂ ਚੱਲ ਕੇ ਮੀਆਂਵਿੰਡ ਪਹੁੰਚੀ। ਮੀਆਂਵਿੰਡ ਵਿਖੇ ਸ਼ਾਮ 4 ਵਜੇ ਤੋਂ ਲੈ ਕੇ ਰਾਤ 8 ਵਜੇ ਤੱਕ ਧਾਰਮਿਕ ਦੀਵਾਨ ਸਜਾਏ ਗਏ। ਵਾਰਿਸ ਪੰਜਾਬ ਦੇ ਜਥੇਬੰਦੀ ਮੁਤਾਬਿਕ ਖਾਲਸਾ ਵਹੀਰ ਦੇ ਚੱਲਦਿਆਂ ਮਹਿਤਾ ਚੌਂਕ ਵਿਖੇ 150 ਦੇ ਬਾਬਾ ਬਕਾਲਾ ਸਾਹਿਬ ਵਿਖੇ 179 ਜਿਹੜੇ ਪ੍ਰਾਣੀ ਨੇ ਉਹਨਾਂ ਨੇ ਅੰਮ੍ਰਿਤ ਦੀ ਦਾਤ ਹਾਸਲ ਕੀਤੀ ਹੈ। ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਦੀ ਸ਼ਹੀਦੀ ਨੂੰ ਸਮਰਪਿਤ ਇੱਕ ਵੱਡਾ ਮਾਰਚ ਬੁੰਗਾ ਮਾਤਾ ਰੰਗਾ ਸਾਹਿਬ ਜ਼ੀਰਕਪੁਰ ਦੇ ਵੱਲੋਂ ਕੱਢਿਆ ਜਾ ਰਿਹਾ ਹੈ। 12ਵਾਂ ਵਿਸ਼ਾਲ ਨਗਰ ਕੀਰਤਨ ਜਿਸ ਨੂੰ ਸੀਸ ਮਾਰਗ ਯਾਤਰਾ ਦਾ ਨਾਮ ਦਿੱਤਾ ਗਿਆ ਹੈ, ਉਸ ਦਾ ਸਾਹਿਬਜ਼ਾਦਾ ਅਜੀਤ ਸਿੰਘ ਨਗਰ ਮੋਹਾਲੀ ਦੇ ਵਿੱਚ ਚੰਡੀਗੜ੍ਹ ਦੇ ਵਿੱਚ ਵੱਖ-ਵੱਖ ਥਾਵਾਂ ਤੇ ਸਵਾਗਤ ਕੀਤਾ ਗਿਆ। ਮੋਹਾਲੀ ਦੇ ਵਿੱਚ ਜ਼ਿਲ੍ਹਾ ਬਾਰ ਐਸੋਸੀਏਸ਼ਨ ਨੇ ਵੀ ਇਸ ਯਾਤਰਾ ਦਾ ਭਰਵਾਂ ਸਵਾਗਤ ਕੀਤਾ। ਯਾਤਰਾ 27 ਨਵੰਬਰ ਨੂੰ ਸਵੇਰੇ 5 ਵਜੇ ਦਿੱਲੀ ਵਿੱਚ ਸਥਿਤ ਗੁਰਦੁਆਰਾ ਸੀਸਗੰਜ ਸਾਹਿਬ ਚਾਂਦਨੀ ਚੌਂਕ ਤੋਂ ਸ਼ੁਰੂ ਹੋਈ, ਦਿੱਲੀ ਤੋਂ ਸ਼ੁਰੂ ਹੋਈ, ਜਿਹੜੀ ਕਿ 29 ਨਵੰਬਰ ਨੂੰ ਗੁਰਦੁਆਰਾ ਸੀਸਗੰਜ ਸਾਹਿਬ ਸ਼੍ਰੀ ਅਨੰਦਪੁਰ ਸਾਹਿਬ ਵਿਖੇ ਜਾ
ਕੇ ਸਮਾਪਤ ਹੋਈ। ਯਾਤਰਾ ਦੇ ਵਿੱਚ ਸ਼ਾਮਿਲ ਹਰ ਗੱਡੀ ਨੂੰ ਫੁੱਲਾਂ ਦੇ ਨਾਲ ਸਜਾਇਆ ਗਿਆ। ਇਸ ਪਾਵਨ ਸੀ ਸਮਾਰਕ ਯਾਤਰਾ ਦੇ ਜਿਹੜੇ ਦ੍ਰਿਸ਼ ਨੇ, ਤੁਸੀਂ ਖੂਬਸੂਰਤ ਦ੍ਰਿਸ਼ ਦੇਖ ਸਕਦੇ ਹੋ। 5 ਪਿਆਰਿਆਂ ਦੀ ਅਗਵਾਈ ਦੇ ਵਿੱਚ ਚੱਲ ਰਹੀ ਇਸ ਸੀ ਸਮਾਰਕ ਯਾਤਰਾ ਵਿੱਚ ਵੱਡੀ ਗਿਣਤੀ ਵਿੱਚ ਸੰਗਤਾਂ ਸ਼ਾਮਿਲ ਸਨ। ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਮੱਥਾ ਟੇਕਣ ਦੇ ਨਾਲ ਗੁਰੂ ਸਾਹਿਬ ਦੀ ਅਦੁੱਤੀ ਸ਼ਹਾਦਤ ਨੂੰ ਵੀ ਸਜਦਾ ਭੇਂਟ ਕਰ ਰਹੀਆਂ ਸਨ। ਰਾਹ ਦੇ ਵਿੱਚ ਸੰਗਤ ਲਈ ਥਾਂ-ਥਾਂ ਤੇ ਲੰਗਰਾਂ ਦਾ ਪ੍ਰਬੰਧ ਵੀ ਕੀਤਾ ਗਿਆ ਸੀ। ਛੋਟੇ ਸਾਹਿਬਜ਼ਾਦਿਆਂ ਤੇ ਮਾਤਾ ਗੁਜਰੀ ਜੀ ਦੀ ਸ਼ਹਾਦਤ ਨੂੰ ਸਮਰਪਿਤ 2 ਦਸੰਬਰ ਨੂੰ ਰਿਲੀਜ਼ ਹੋਣ ਜਾ ਰਹੀ ਐਨੀਮੇਟਡ ਫਿਲਮ ਦਾਸਤਾਨੇ ਸਰਹਿੰਦ ਦਾ ਪੰਜਾਬ ਦੇ ਵਿੱਚ ਲਗਾਤਾਰ ਵਿਰੋਧ ਕੀਤਾ ਜਾ ਰਿਹਾ ਹੈ। ਪਟਿਆਲਾ ਤੋਂ ਵੀ ਵਿਰੋਧ ਦੀਆਂ ਤਸਵੀਰਾਂ ਸਾਹਮਣੇ ਆਈਆਂ ਨੇ। ਪਟਿਆਲਾ ਦੇ ਗੁਰਦੁਆਰਾ ਦੁੱਖ ਨਿਵਾਰਨ ਸਾਹਿਬ ਦੇ ਸਾਹਮਣੇ ਚੌਂਕ ਦੇ ਵਿੱਚ ਵੱਡੀ ਗਿਣਤੀ ਨੌਜਵਾਨਾਂ ਨੇ ਇਕੱਠੇ ਹੋ ਕੇ ਫਿਲਮ ਦਾ ਵਿਰੋਧ ਕੀਤਾ। ਨੌਜਵਾਨਾਂ ਨੇ ਕਿਹਾ ਕਿ ਗੁਰੂ ਪਰਿਵਾਰਾਂ ਨੂੰ ਤਸਵੀਰਾਂ ਦੇ ਰੂਪ ਦੇ ਵਿੱਚ ਪ੍ਰਦਰਸ਼ਿਤ ਕਰਕੇ ਬੁੱਤ ਪ੍ਰਸਤੀ ਵੱਲ ਧੱਕਿਆ ਜਾ ਰਿਹਾ ਹੈ। ਕਈਆਂ ਨੇ ਇਸ ਨੂੰ ਰਾਮਲੀਲਾ ਕਰਨ ਵਰਗਾ ਕਰਾਰ ਦਿੱਤਾ। ਨੌਜਵਾਨਾਂ ਨੇ ਅਜਿਹੀਆਂ ਫਿਲਮਾਂ ਨਾ ਬਣਨ ਦੇ ਲਈ ਸ਼੍ਰੀ ਅਕਾਲ ਤਖਤ ਸਾਹਿਬ ਤੋਂ ਹੁਕਮਨਾਮਾ ਜਾਰੀ ਕਰਨ ਦੀ ਮੰਗ ਕੀਤੀ। ਇਸੇ ਤਰ੍ਹਾਂ ਰੋਪੜ ਦੇ ਵਿੱਚ ਸਿਨੇਮਾ ਮਾਲਕਾਂ ਨੇ ਸਿੱਖ ਜਥੇਬੰਦੀਆਂ ਦੇ ਨਾਲ ਕਰਾਰ ਕਰਦਿਆਂ ਕਿਹਾ ਹੈ ਕਿ ਉਹ ਆਪਣੇ ਸਿਨੇਮਿਆਂ ਦੇ ਵਿੱਚ ਇਹ ਫਿਲਮ ਨਹੀਂ ਦਿਖਾਉਣਗੇ। ਇਲਾਕਾ ਲੱਖੀ ਜੰਗਲ ਦੇ ਵਿੱਚ ਵੀ ਇਸ ਫਿਲਮ ਦਾ ਵਿਰੋਧ ਕੀਤਾ ਗਿਆ ਹੈ। ਪ੍ਰਦਰਸ਼ਨਕਾਰੀਆਂ ਨੇ ਸਿਨੇਮਾ ਘਰਾਂ ਨੂੰ ਇਹ ਫਿਲਮ ਨਾ ਲਗਾਉਣ ਦੇ ਲਈ ਕਿਹਾ ਹੈ। ਪ੍ਰਸ਼ਾਸਨ ਨੇ ਵੀ ਸਿੱਖ ਜਥੇਬੰਦੀਆਂ ਨੂੰ ਇਹ ਫਿਲਮ ਨਾ ਲੱਗਣ ਦੇਣ ਦਾ ਭਰੋਸਾ ਦਿੱਤਾ ਹੈ। ਖਰੜ ਤੋਂ ਆਮ ਆਦਮੀ ਪਾਰਟੀ ਦੀ ਵਿਧਾਇਕਾ ਅਤੇ ਪੰਜਾਬ ਦੀ ਕੈਬਨਿਟ ਮੰਤਰੀ ਅਨਮੋਲ ਗਗਨ ਮਾਨ ਨੇ ਖਰੜ ਦੇ ਵਿੱਚ ਚੱਲ ਰਹੀ ਨਾਜਾਇਜ਼ ਮਾਈਨਿੰਗ ਵਾਲੇ ਇਲਾਕੇ ਦਾ ਦੌਰਾ ਕਰਦਿਆਂ ਅਧਿਕਾਰੀਆਂ ਦੀ ਕਾਫੀ ਝਾੜ ਝੰਪ ਕੀਤੀ। ਖੂਬ ਅਧਿਕਾਰੀਆਂ ਦੀ ਕਲਾਸ ਲਾਈ। ਗਗਨ ਮਾਨ ਨੇ ਮਾਈਨਿੰਗ ਕਰਨ ਵਾਲਿਆਂ ਦੇ ਖਿਲਾਫ ਕਾਰਵਾਈ ਕਰਨ ਦੇ ਨਿਰਦੇਸ਼ ਦਿੱਤੇ ਅਤੇ ਨਾਲ ਹੀ ਹੁਕਮ ਚਾੜੇ ਕਿ ਉਹ ਆਪਣੇ ਖਰੜ ਹਲਕੇ ਦੇ ਵਿੱਚ ਮਾਈਨਿੰਗ ਬਿਲਕੁਲ ਵੀ ਬਰਦਾਸ਼ਤ ਨਹੀਂ ਕਰਨਗੇ। ਐ ਤਾਂ ਕੰਮ ਬਣਨਾ ਨਹੀਂ ਨਾ, ਐ ਤਾਂ ਚੱਲਣਾ ਨਹੀਂ ਹੈ। ਲੋਕਾਂ ਨੇ ਤੁਹਾਨੂੰ ਨਹੀਂ ਕਹਿਣਾ, ਲੋਕਾਂ ਨੇ ਸਾਨੂੰ ਗਾਲਾਂ ਕੱਢਣੀਆਂ। ਲੋਕਾਂ ਨੂੰ ਲੱਗਣਾ ਵੀ ਇਹ ਐਮਐਲਏ ਦਾ ਹੀ ਕੰਮ ਹੈ। ਜਿੱਥੇ ਵੀ ਤੁਸੀਂ ਕਿਤੇ ਕਰਪਸ਼ਨ ਕਰਦੇ ਹੋ, ਅਗਲਾ ਕਹਿੰਦਾ ਉਹਨਾਂ ਨੇ ਢਿੱਲ ਦਿੱਤੀ ਹੋਣੀ, ਉਹੀ ਕਰਵਾ ਰਹੇ। ਸਾਡੀ ਸਰਕਾਰ ਦੀ ਬਦਨਾਮੀ ਹੁੰਦੀ ਹੈ, ਲੀਡਰ ਦੀ ਬਦਨਾਮੀ, ਤੇ ਲੋਕਾਂ ਦਾ ਜਿਹੜਾ ਨੁਕਸਾਨ ਹੁੰਦਾ ਉਹ ਅਲੱਗ ਹੈ। ਜਿਹੜੀ ਆਹ ਤੁਸੀਂ ਕੁਦਰਤ ਦਾ ਨੁਕਸਾਨ ਕਰ ਰਹੇ ਹੋ ਉਹ ਅਲੱਗ ਹੈ। ਅੱਜ ਤੁਹਾਨੂੰ ਸਾਰਿਆਂ ਨੂੰ ਫੋਨ ਕੀਤਾ, ਕੋਈ ਪਿੱਛੇ ਆ ਰਿਹਾ, ਮੈਂ ਇੱਥੇ ਪਹਿਲਾਂ ਆ ਕੇ ਖੜੀ, ਕੋਈ ਤੁਸੀਂ ਪਹਿਲਾਂ ਦੂਜੀ ਸਾਈਡ ਤੇ ਲੈ ਗਏ, ਇਹੀ ਕੰਮ ਚੱਲ ਰਿਹਾ। ਲਾਸਟ ਵਾਰਨਿੰਗ, ਜੇ ਕਿਤੋਂ ਵੀ ਖਬਰ ਆ ਗਈ ਤੁਸੀਂ ਕੋਈ ਓਵਰਲੋਡ ਟਰੱਕ ਲੰਘਾਇਆ ਜਾਂ ਤੁਸੀਂ ਗਲਤ ਕਿਸੇ ਮਾੜਾ ਮੋਟਾ ਕੋਈ ਪਿੰਡਾਂ ਵਾਲਾ ਕੋਈ ਬੰਦਾ ਲੈ ਜਾਵੇ, ਉਹਦੇ ਤੁਸੀਂ ਝੱਟੇ ਕੇਸ ਪਾਉਂਦੇ ਹੋ। ਕਿਤੇ ਵੀ ਹਲਕੇ ਦੇ ਵਿੱਚ ਇਲੀਗਲ ਮਾਈਨਿੰਗ ਚੱਲ ਰਹੀ ਹੈ, ਉਹਨੂੰ ਬੰਦ ਕਰਵਾਓ। ਸਰਕਾਰੀ ਮਨਜ਼ੂਰੀ ਤੋਂ ਬਿਨਾਂ ਕਿਤੋਂ ਵੀ ਇੱਕ ਬੁੱਕ ਮਿੱਟੀ ਦਾ ਨਹੀਂ ਭਰਨਾ ਹੈਗਾ। ਬਠਿੰਡਾ ਦੇ ਦਿਆਲਪੁਰਾ ਥਾਣੇ 'ਚ ਗਾਇਬ 10 ਹਥਿਆਰਾਂ ਦਾ ਮਾਮਲਾ ਲਗਾਤਾਰ ਸੁਰਖੀਆਂ ਦੇ ਵਿੱਚ ਹੈ। ਇਸ ਮਾਮਲੇ ਦੇ ਵਿੱਚ ਹੁਣ ਇੱਕ ਵੱਡਾ ਖੁਲਾਸਾ ਹੋਇਆ ਹੈ। ਮੁਲਜ਼ਮ ਠਹਿਰਾਏ ਗਏ ਬਰਖਾਸਤ ਮੁਨਸ਼ੀ ਸੰਦੀਪ ਸਿੰਘ ਦੇ 3 ਦੋਸਤਾਂ ਦੀ ਭੂਮਿਕਾ ਸਾਹਮਣੇ ਆਈ ਹੈ। ਇਹਨਾਂ ਤੇ ਇਲਜ਼ਾਮ ਲੱਗੇ ਨੇ ਕਿ ਇਹਨਾਂ ਨੇ ਪਿਸਤੌਲ ਵੇਚਣ ਦਾ ਸੌਦਾ ਕਰਾਇਆ ਸੀ। ਇਹਨਾਂ ਵੱਲੋਂ ਹੀ ਮੁਨਸ਼ੀ ਤੋਂ ਪਿਸਤੌਲ ਲੈ ਕੇ ਸਾਹਿਲ ਨਾਮ ਦੇ ਸ਼ਖਸ ਨੂੰ ਵੇਚੀਆਂ ਗਈਆਂ। ਸਾਹਿਲ ਨੂੰ ਪੁਲਿਸ ਨੇ ਨਸ਼ਿਆਂ ਦੇ ਮਾਮਲੇ 'ਚ ਗ੍ਰਿਫਤਾਰ ਕੀਤਾ ਸੀ, ਜਿਸ ਤੋਂ 32 ਬੋਰ ਦਾ ਪਿਸਤੌਲ ਵੀ ਬਰਾਮਦ ਹੋਇਆ ਤੇ ਪੁਸ਼ਟੀ ਹੋਈ ਸੀ ਕਿ ਇਹ ਥਾਣੇ 'ਚੋਂ ਗਾਇਬ ਹੋਇਆ ਅਸਲਾ ਹੀ ਹੈ। ਪੁਲਿਸ ਹੁਣ ਮੁਨਸ਼ੀ ਦੇ ਹੋਰ ਦੋਸਤਾਂ ਤੇ ਵੀ ਕਾਰਵਾਈ ਕਰਨ ਦੀ ਤਿਆਰੀ ਵਿੱਚ ਹੈ। ਜਿਹੜੇ 10 ਹਥਿਆਰ ਗਾਇਬ ਹੋਏ ਸਨ ਉਹ ਲਾਇਸੈਂਸੀ ਸਨ, ਜਿਨ੍ਹਾਂ ਨੂੰ ਲੋਕਾਂ ਨੇ ਥਾਣੇ ਵਿੱਚ ਜਮ੍ਹਾਂ ਕਰਾਇਆ ਸੀ। ਨਸ਼ਿਆਂ ਦੇ ਖਿਲਾਫ ਜਦੋਂ ਤੱਕ ਪੁਲਿਸ ਤੇ ਆਮ ਲੋਕ ਮਿਲ ਕੇ ਕੰਮ ਨਹੀਂ ਕਰਨਗੇ, ਇਹਨਾਂ ਤੇ ਠੱਲ ਨਹੀਂ ਪਾਈ ਜਾ ਸਕਦੀ। ਇਸੇ ਸੋਚ ਨੂੰ ਅੱਗੇ ਵਧਾਉਂਦੇ ਹੋਏ ਮੁਹਾਲੀ ਪੁਲਿਸ ਨੇ ਇੱਕ ਅਹਿਮ ਪਹਿਲ ਕੀਤੀ ਹੈ। ਲਾਂਡਰਾ ਸਰਹੰਦ ਮਾਰਗ ਅਤੇ ਨੇੜਲੇ ਕਰੀਬ 2 ਦਰਜਨ ਪਿੰਡਾਂ ਦੇ ਵਿੱਚ ਮਜਾਤ ਪੁਲਿਸ ਚੌਕੀ ਦੇ ਇੰਚਾਰਜ ਕਮਲ ਤਨੇਜਾ ਨੇ ਨਸ਼ੇ ਵੇਚਣ ਵਾਲਿਆਂ ਦੇ ਖਿਲਾਫ ਗੁਪਤ ਸੂਚਨਾ ਦੇਣ ਦੇ ਲਈ ਵਿਸ਼ੇਸ਼ ਬਕਸੇ ਲਾ ਦਿੱਤੇ ਨੇ। ਚਾਬੀ ਪੁਲਿਸ ਚੌਕੀ ਇੰਚਾਰਜ ਅਤੇ ਮੁਨਸ਼ੀ ਕੋਲ ਹੀ ਹੁੰਦੀ ਹੈ। ਪੁਲਿਸ ਚੌਕੀ ਦੇ ਇੰਚਾਰਜ ਕਮਲ ਤਨੇਜਾ ਨੇ ਦੱਸਿਆ ਕਿ ਸ਼ਿਕਾਇਤਾਂ ਤੇ ਸੁਝਾਅ ਬਕਸਿਆਂ ਦੇ ਚੰਗੇ ਨਤੀਜੇ ਸਾਹਮਣੇ ਆ ਰਹੇ ਨੇ। ਗੁਪਤ ਸੂਚਨਾਵਾਂ ਲਿਖ ਕੇ ਲੋਕ ਇਹਨਾਂ ਦੇ ਵਿੱਚ ਪਾ ਕੇ ਜਾਂਦੇ ਨੇ ਤੇ ਗੁਪਤ ਸੂਚਨਾਵਾਂ ਦੇ ਆਧਾਰ ਤੇ ਕਈਆਂ ਤਸਕਰਾਂ ਦੇ ਵਿਰੁੱਧ ਪਰਚੇ ਵੀ ਦਰਜ ਕੀਤੇ ਜਾ ਚੁੱਕੇ ਨੇ। ਨਸ਼ਾ ਵੇਚਣ ਵਾਲੇ ਕਈ ਫੜੇ ਵੀ ਜਾ ਚੁੱਕੇ ਨੇ। ਪੁਲਿਸ ਨੇ ਦਾਅਵਾ ਕੀਤਾ ਹੈ ਕਿ ਨਸ਼ਾ ਸਮਗਲਰਾਂ ਦੇ ਖਿਲਾਫ ਜਾਣਕਾਰੀ ਦੇਣ ਵਾਲੇ ਦੀ ਪਛਾਣ 100% ਗੁਪਤ ਰੱਖੀ ਜਾਂਦੀ ਹੈ। ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਦੇ ਵਿੱਚ ਪੰਜਾਬ ਕੈਬਨਿਟ ਦੀ ਅਗਲੀ ਮੀਟਿੰਗ 12 ਦਸੰਬਰ ਨੂੰ ਦੁਪਹਿਰੇ 12 ਵਜੇ ਪੰਜਾਬ ਸਿਵਲ ਸਕੱਤਰੇਤ ਵਿਖੇ ਹੋਵੇਗੀ। ਜੇ ਤੁਸੀਂ CISF ਦੇ ਵਿੱਚ ਭਰਤੀ ਹੋਣਾ ਚਾਹੁੰਦੇ ਹੋ ਤਾਂ ਤੁਹਾਡੇ ਲਈ ਇਹ ਜ਼ਰੂਰ ਧਿਆਨ ਦੇ ਨਾਲ ਸੁਣਨ ਵਾਲੀ ਖਬਰ ਹੈ। ਗ੍ਰਹਿ ਮੰਤਰਾਲੇ ਦੇ ਅਧੀਨ ਆਉਣ ਵਾਲੇ CISF ਨੇ ਕਾਂਸਟੇਬਲ ਤੇ ਟ੍ਰੇਡਸਮੈਨ ਦੀਆਂ ਅਸਾਮੀਆਂ ਦੇ ਲਈ ਅਰਜ਼ੀਆਂ ਦੀ ਮੰਗ ਕੀਤੀ ਹੈ। ਦਿਲਚਸਪੀ ਰੱਖਣ ਵਾਲੇ ਯੋਗ ਉਮੀਦਵਾਰ ਜਿਹੜੇ ਅਪਲਾਈ ਕਰਨਾ ਚਾਹੁੰਦੇ ਨੇ ਉਹ ਅਧਿਕਾਰਿਤ ਵੈਬਸਾਈਟ ਖੋਲ ਕੇ ਅਪਲਾਈ ਕਰ ਸਕਦੇ ਨੇ CISF.gov.in। ਇੱਥੇ ਜਾ
ਕਿ ਤੁਸੀਂ ਅਪਲਾਈ ਕਰ ਸਕਦੇ ਹੋ। ਇਹਨਾਂ ਅਸਾਮੀਆਂ ਦੇ ਲਈ ਅਰਜ਼ੀਆਂ ਲੈਣ ਦੀ ਸ਼ੁਰੂਆਤ ਹੈ ਜਿਹੜੀ ਹੋ ਚੁੱਕੀ ਹੈ। ਕੁੱਲ 787 ਅਸਾਮੀਆਂ ਨੇ ਜਿਹੜੀਆਂ ਉਹ ਭਰੀਆਂ ਜਾਣਗੀਆਂ। ਇਹਨਾਂ ਅਸਾਮੀਆਂ ਦੇ ਲਈ ਸਰੀਰਕ ਟੈਸਟ ਯਾਨੀ ਕਿ PST ਸਰੀਰਕ ਸਟੈਂਡਰਡ ਟੈਸਟ ਅਤੇ PET ਸਰੀਰਕ ਕੁਸ਼ਲਤਾ ਟੈਸਟ ਦੋਵੇਂ ਲਏ ਜਾਣਗੇ। ਅਗਲੀ ਖਬਰ ਸਾਬਕਾ ਅਕਾਲੀ ਲੀਡਰ ਸੁੱਚਾ ਸਿੰਘ ਲੰਗਾਹ ਨੂੰ ਸ਼੍ਰੀ ਅਕਾਲ ਤਖਤ ਸਾਹਿਬ ਤੋਂ ਮਿਲੀ ਮਾਫੀ ਦੇ ਨਾਲ ਜੁੜੀ ਹੋਈ ਹੈ, ਜਿਸ ਦਾ ਲਗਾਤਾਰ ਵਿਰੋਧ ਹੋ ਰਿਹਾ ਹੈ। ਖਬਰ ਤੋਂ ਪਹਿਲਾਂ ਉੱਠ ਰਹੇ ਕੁਝ ਸਵਾਲਾਂ ਦਾ ਜ਼ਿਕਰ ਜ਼ਰੂਰ ਕਰ ਲੈਂਦੇ ਹਾਂ ਕਿ ਕੀ ਸਾਬਕਾ ਅਕਾਲੀ ਲੀਡਰ ਸੁੱਚਾ ਸਿੰਘ ਲੰਗਾਹ ਨੂੰ ਬੱਜਰ ਕੁਰੈਤ ਵਿੱਚ ਮਿਲੀ ਮਾਫੀ ਤੇ ਸ਼੍ਰੀ ਅਕਾਲ ਤਖਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਮੁੜ ਤੋਂ ਵਿਚਾਰ ਕਰਨਗੇ ਕਿ ਮਾਫੀ ਸਮੇਂ ਸਿੱਖ ਮਰਿਆਦਾ ਦਾ ਧਿਆਨ ਨਹੀਂ ਰੱਖਿਆ ਗਿਆ। ਕੀ ਸੌਦਾ ਸਾਧ ਵਾਂਗੂ ਲੰਗਾਹ ਨੂੰ ਮਾਫ ਕਰਨ ਦੇ ਲਈ ਸ਼੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਦੇ ਕੋਈ ਦਬਾਅ ਸੀ? ਇਹ ਉਹ ਸਵਾਲ ਨੇ ਜਿਹੜੇ ਲੰਗਾਹ ਦੀ ਮਾਫੀ ਤੋਂ ਬਾਅਦ ਲਗਾਤਾਰ ਉੱਠ ਰਹੇ ਨੇ। ਸਿਆਸੀ ਲੀਡਰਾਂ ਨੇ ਲੰਗਾਹ ਦੀ ਮਾਫੀ ਤੇ ਸਵਾਲ ਇਸ ਲਈ ਚੁੱਕੇ ਹੋ ਸਕਦੇ ਨੇ ਕਿਉਂਕਿ ਇਹਦੇ ਪਿੱਛੇ ਸਿਆਸੀ ਖਹਿਬਾਜ਼ੀ ਹੋ ਸਕਦੀ ਹੈ, ਪਰ ਵੱਖ-ਵੱਖ ਜਥੇਬੰਦੀਆਂ ਨੇ ਜਿਹੜੇ ਸਵਾਲ ਚੁੱਕੇ ਨੇ ਉਹ ਕਾਫੀ ਅਹਿਮ ਨੇ। ਵੱਖ-ਵੱਖ ਸਿੱਖ ਲੀਡਰਾਂ ਦੇ ਵੱਲੋਂ ਖਾਲਸਾ ਪੰਥ ਦੇ ਨਾਮ ਖੁੱਲੀ ਚਿੱਠੀ ਲਿਖੀ ਗਈ ਹੈ, ਜਿਸ ਦੇ ਵਿੱਚ ਭਾਈ ਦਲਜੀਤ ਸਿੰਘ ਬਿੱਟੂ ਵੀ ਸ਼ਾਮਲ ਨੇ। ਇਹਨਾਂ ਸਿੱਖ ਲੀਡਰਾਂ ਨੇ ਇਤਰਾਜ਼ ਜਤਾਇਆ ਕਿ ਪੰਥ ਵਿੱਚੋਂ ਛੇਕੇ ਵਿਅਕਤੀ ਨੂੰ ਸਾਦੇ ਕੁਰੈਤੀਏ ਵਾਂਗ ਹੀ ਤਨਖਾਹ ਲਾ ਕੇ ਪੰਥ ਵਿੱਚ ਸ਼ਾਮਲ ਕਰਨ ਦਾ ਫੈਸਲਾ ਸਿਧਾਂਤ ਅਤੇ ਮਰਿਆਦਾ ਤੋਂ ਊਣਾ ਫੈਸਲਾ ਹੈ। ਇਹ ਫੈਸਲਾ ਲੈਣ ਲੱਗਿਆਂ ਤਨਖਾਹ ਅਤੇ ਪੰਥ ਵਿੱਚੋਂ ਛੇਕੇ ਜਾਣ ਉੱਤੇ ਮੁੜ ਪੰਥ ਵਿੱਚ ਵਾਪਸੀ ਦੇ ਵਿਧੀ ਵਿਧਾਨ ਅਤੇ ਪ੍ਰਕਿਰਿਆ ਨੂੰ ਅੱਖੋਂ ਪਰੋਖੇ ਕੀਤਾ ਗਿਆ। ਸਿੱਖ ਲੀਡਰਾਂ ਨੇ ਯਾਦ ਕਰਵਾਇਆ ਕਿ ਲੰਗਾਹ ਨੂੰ ਪੰਥ ਵਿੱਚੋਂ ਸਿਰਫ ਇਸ ਲਈ ਹੀ ਨਹੀਂ ਛੇਕਿਆ ਗਿਆ ਸੀ ਕਿ ਉਸਨੇ ਪਰ ਇਸਤਰੀ ਗਮਨ ਕਰਕੇ ਬੱਜਰ ਕੁਰੈਤ ਕੀਤੀ ਸੀ, ਬਲਕਿ ਉਸ ਨੂੰ ਤਾਂ ਇਸ ਲਈ ਵੀ ਛੇਕਣਾ ਪਿਆ ਸੀ ਕਿਉਂਕਿ ਉਹ ਪੰਥਕ ਸੰਸਥਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਸਿਆਸੀ ਪਾਰਟੀ ਸ਼੍ਰੋਮਣੀ ਅਕਾਲੀ ਦਲ ਬਾਦਲ ਦਾ ਜ਼ਿੰਮੇਦਾਰ ਅਹੁਦੇਦਾਰ ਸੀ ਤੇ ਉਸਨੇ ਬੱਜਰ ਕੁਰੈਤ ਕਰਕੇ ਸਿਰਫ ਆਪਣੀ ਕਿਰਦਾਰਕੁਸ਼ੀ ਹੀ ਨਹੀਂ ਕੀਤੀ ਬਲਕਿ ਸੰਸਥਾਵਾਂ ਅਤੇ ਪਾਰਟੀ ਦਾ ਅਪਮਾਨ ਵੀ ਕੀਤਾ। ਜਥੇਬੰਦੀਆਂ ਨੇ ਕਿਹਾ ਕਿ ਸੁੱਚਾ ਸਿੰਘ ਲੰਗਾਹ ਬਰੀ ਹੋਣ ਦੇ ਲਈ ਅਦਾਲਤ ਤੋਂ ਜਿਹੜੇ ਗੁਨਾਹ ਤੋਂ ਮੁੱਕਰ ਗਿਆ ਸੀ, ਹੁਣ ਉਸਨੇ ਉਹੀ ਗੁਨਾਹ ਅਕਾਲ ਤਖਤ ਸਾਹਿਬ ਤੇ ਪ੍ਰਵਾਨ ਕੀਤਾ। ਉਸ ਨੂੰ ਤਨਖਾਹ ਲਾਉਣ ਤੋਂ ਪਹਿਲਾਂ ਉਸ ਵੱਲੋਂ ਕੀਤੇ ਸਾਰੇ ਗੁਨਾਹਾਂ ਦੀ ਪੁੱਛਗਿੱਛ ਕਰਨੀ ਜ਼ਰੂਰੀ ਸੀ, ਜਿਹੜੀ ਕਿ ਨਹੀਂ ਕੀਤੀ ਗਈ ਸ਼੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਵੱਲੋਂ। ਉਹਨਾਂ ਨੇ ਇਹ ਵੀ ਇਲਜ਼ਾਮ ਲਾਇਆ ਕਿ ਬੱਜਰ ਕੁਰੈਤੀਏ ਨੂੰ ਪੰਥ ਵਿੱਚ ਮੁੜ ਸ਼ਾਮਿਲ ਹੋਣ ਦੇ ਲਈ ਮੁੜ ਅੰਮ੍ਰਿਤ ਛਕਣਾ ਪੈਂਦਾ ਹੈ, ਪਰ ਗਿਆਨੀ ਹਰਪ੍ਰੀਤ ਸਿੰਘ ਨੇ ਜੋ ਤਨਖਾਹ ਲਾਈ ਹੈ ਉਹਦੇ ਵਿੱਚ ਮੁੜ ਅੰਮ੍ਰਿਤ ਛਕਣ ਦਾ ਜ਼ਿਕਰ ਤੱਕ ਨਹੀਂ ਕੀਤਾ ਗਿਆ। ਗਿਆਨੀ ਹਰਪ੍ਰੀਤ ਸਿੰਘ ਨੇ ਲੰਗਾਹ ਨੂੰ ਸਿਆਸੀ ਖੇਤਰ ਵਿੱਚ ਵਿਚਰਨ ਤੇ ਧਾਰਮਿਕ ਖੇਤਰ ਵਿੱਚ ਨਾ ਵਿਚਰਨ ਦੇ ਆਦੇਸ਼ ਦੇ ਕੇ ਮੀਰੀ ਪੀਰੀ ਦੀ ਸੁਮੇਲਤਾ ਦੇ ਗੁਰਮਤਿ ਸਿਧਾਂਤ ਨੂੰ ਵੀ ਅੱਖੋਂ ਪਰੋਖੇ ਕੀਤਾ ਤੇ ਸਿਆਸੀ ਪ੍ਰਭਾਵ ਪ੍ਰਵਾਨ ਕਰਕੇ ਉਸ ਦੇ ਲਈ ਸਿਆਸੀ ਖੇਤਰ ਵਿੱਚ ਵਿਚਰਨ ਦਾ ਰਾਹ ਖੋਲਿਆ ਹੈ। ਤੇ ਇਹਨਾਂ ਸਿੱਖ ਲੀਡਰਾਂ ਨੇ ਜਿਹੜੇ ਅਹਿਮ ਸਵਾਲ ਪੁੱਛੇ ਨੇ, ਕੀ ਇਹਨਾਂ ਸਵਾਲਾਂ ਨੂੰ ਪੰਥ ਦੇ ਵੱਲੋਂ ਗੰਭੀਰਤਾ ਦੇ ਨਾਲ ਲਿਆ ਜਾਵੇਗਾ, ਸ਼੍ਰੀ ਅਕਾਲ ਤਖਤ ਸਾਹਿਬ ਵੱਲੋਂ ਲਿਆ ਜਾਵੇਗਾ? ਇਹ ਵੀ ਵੱਡਾ ਸਵਾਲ ਹੈ। ਪਰ ਅਜਿਹੇ ਸਵਾਲ ਨੇ ਜਿਹੜੇ ਉਹ ਅਕਾਲੀ ਦਲ ਦੇ ਆਪਣੇ ਹੀ ਲੀਡਰ ਵਿਰਸਾ ਸਿੰਘ ਵਲਟੋਹਾ ਦੇ ਵੱਲੋਂ ਵੀ ਪਿਛਲੇ ਦਿਨੀ ਚੁੱਕੇ ਗਏ ਸਨ ਤੇ ਲੰਗਾਹ ਦੇ ਸਿਆਸੀ ਧੁਰ ਵਿਰੋਧੀ ਸਾਬਕਾ ਉਪ ਮੁੱਖ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਨੇ ਵੀ ਟਵੀਟ ਦੇ ਜ਼ਰੀਏ ਲੰਗਾਹ ਨੂੰ ਮਿਲੀ ਮਾਫੀ ਤੇ ਤੰਜ ਕੱਸਦੇ ਹੋਏ ਲਿਖਿਆ ਸੀ ਕਿ ਜਥੇਦਾਰ ਸਾਹਿਬ ਨੂੰ ਪੰਥ ਦੇ ਮਹਾਨ ਯੋਧੇ ਦੀਆਂ ਪ੍ਰਾਪਤੀਆਂ ਨੂੰ ਦੇਖਦੇ ਹੋਏ ਉਸ ਨੂੰ ਪੰਥ ਵਿੱਚ ਮੁੜ ਸ਼ਾਮਲ ਕਰਨ ਤੇ ਮੁਬਾਰਕਾਂ। ਕੌਮ ਨੂੰ ਤਾਂ ਕਹਿੰਦੇ ਇਸ ਸਿਰਮੌਰ ਯੋਧੇ ਦੀ ਬੜੀ ਲੋੜ ਸੀ। ਉਹਨਾਂ ਨੇ ਸੁਝਾਅ ਵੀ ਦਿੱਤਾ ਕਿ ਹੁਣ ਸੁੱਚਾ ਸਿੰਘ ਲੰਗਾਹ ਦੇ ਅਤੀਤ ਨੂੰ ਦੇਖਦੇ ਹਾਂ, ਉਸ ਦੇ ਮਹਾਨ ਕੰਮਾਂ ਦੇ ਲਈ ਉਹਨੂੰ ਕੋਈ ਸਨਮਾਨਿਤ ਉਪਾਧੀ ਵੀ ਦੇ ਦਿਓ। ਯੋਗ ਗੁਰੂ ਰਾਮਦੇਵ ਨੇ ਆਖਿਰਕਾਰ ਔਰਤਾਂ ਬਾਰੇ ਕੀਤੀ ਭੱਦੀ ਟਿੱਪਣੀ ਦੇ ਲਈ ਮਾਫੀ ਮੰਗ ਲਈ ਹੈ। ਮਹਾਰਾਸ਼ਟਰ ਰਾਜ ਮਹਿਲਾ ਕਮਿਸ਼ਨ ਨੇ ਇਸ ਟਿੱਪਣੀ ਦੇ ਲਈ ਰਾਮਦੇਵ ਨੂੰ ਨੋਟਿਸ ਭੇਜਿਆ ਸੀ। ਕਮਿਸ਼ਨ ਦੀ ਚੇਅਰਪਰਸਨ ਰੂਪਾਲੀ ਚਕਨਕਰ ਨੇ ਇਹ ਜਾਣਕਾਰੀ ਦਿੱਤੀ ਹੈ। ਪਿਛਲੇ ਹਫ਼ਤੇ ਮਹਾਰਾਸ਼ਟਰ ਦੇ ਠਾਣੇ ਜ਼ਿਲ੍ਹੇ ਦੇ ਵਿੱਚ ਸਮਾਗਮ ਦੌਰਾਨ ਰਾਮਦੇਵ ਨੇ ਕਿਹਾ ਸੀ ਕਿ ਔਰਤਾਂ ਸਾੜੀ ਦੇ ਵਿੱਚ ਵੀ ਚੰਗੀਆਂ ਲੱਗਦੀਆਂ ਨੇ, ਸਲਵਾਰ ਕਮੀਜ਼ ਦੇ ਵਿੱਚ ਵੀ ਚੰਗੀਆਂ ਲੱਗਦੀਆਂ ਨੇ ਤੇ ਹੱਦ ਤਾਂ ਉਦੋਂ ਪਾਰ ਹੋ ਗਈ ਜਦੋਂ ਰਾਮਦੇਵ ਨੇ ਇਹ ਕਹਿ ਦਿੱਤਾ ਕਿ ਜੇ ਔਰਤਾਂ ਕੁਝ ਵੀ ਨਾ ਪਹਿਨਣ ਉਹ ਤਾਂ ਵੀ ਚੰਗੀਆਂ ਲੱਗਦੀਆਂ ਨੇ। ਇਸ ਸਮਾਗਮ ਦੇ ਵਿੱਚ ਸੂਬੇ ਦੇ ਉਪ ਮੁੱਖ ਮੰਤਰੀ ਦੇਵੇਂਦਰ ਫੜਨਵੀਸ ਦੀ ਪਤਨੀ ਅਮਰਤਾ ਫੜਨਵੀਸ ਵੀ ਮੰਚ ਤੇ ਮੌਜੂਦ ਸੀ। ਰਾਮਦੇਵ ਦੀ ਇਸ ਭੱਦੀ ਟਿੱਪਣੀ ਤੋਂ ਬਾਅਦ ਕਾਫੀ ਨਿਖੇਧੀ ਹੋਈ ਹੈ ਅਤੇ ਮਹਾਰਾਸ਼ਟਰ ਦੀ ਜਿਹੜੀ ਮਹਿਲਾ ਕਮਿਸ਼ਨ ਦੀ ਚੇਅਰਪਰਸਨ ਹੈ ਉਸਨੇ ਰਾਮਦੇਵ ਨੂੰ ਤਲਬ ਵੀ ਕੀਤਾ ਸੀ। ਆਖਿਰਕਾਰ ਰਾਮਦੇਵ ਨੇ ਮਾਫੀ ਮੰਗ ਲਈ ਹੈ। ਹਾਲਾਂਕਿ ਮਾਫੀ ਕੀ ਕਹਿ ਕੇ ਮੰਗੀ ਹੈ ਉਹ ਚਿੱਠੀ ਹਾਲੇ ਸਾਡੇ ਸਾਹਮਣੇ ਨਹੀਂ ਆਈ ਹੈ। ਬੁਲੇਟਿਨ ਦੇ ਵਿੱਚ ਕੁਝ ਹਾਦਸਿਆਂ, ਘਟਨਾਵਾਂ ਤੇ ਵਾਰਦਾਤਾਂ ਦੇ ਨਾਲ ਜੁੜੀਆਂ ਖਬਰਾਂ ਤੁਹਾਨੂੰ ਦੱਸ ਦਿੰਦੇ ਹਾਂ। ਸਭ ਤੋਂ ਪਹਿਲੀ ਖਬਰ ਹੈ, ਅਸਾਮ ਤੋਂ ਲਾਪਤਾ ਨਾਬਾਲਿਗ ਲੜਕੀ ਦੀ ਭਾਲ ਦੇ ਵਿੱਚ ਬਿਹਾਰ ਪਹੁੰਚੀ ਮਿਸ਼ਨ ਮੁਕਤੀ ਫਾਊਂਡੇਸ਼ਨ ਅਤੇ ਪੁਲਿਸ ਦੀ ਟੀਮ ਉਸ ਵਕਤ ਹੈਰਾਨ ਰਹਿ ਗਈ ਜਦੋਂ 2 ਘਰਾਂ ਦੇ ਵਿੱਚ 1 ਨਹੀਂ 2 ਨਹੀਂ ਬਲਕਿ 13 ਨਾਬਾਲਿਗ ਕੁੜੀਆਂ ਮਿਲੀਆਂ। ਸਾਰੀਆਂ ਲੜਕੀਆਂ ਨੂੰ ਛੁਡਵਾ ਲਿਆ ਗਿਆ ਜਿਨ੍ਹਾਂ ਤੋਂ ਆਰਕੈਸਟਰਾ ਦਾ ਕੰਮ ਕਰਵਾਇਆ ਜਾ ਰਿਹਾ ਸੀ। ਮਿਸ਼ਨ ਮੁਕਤੀ ਫਾਊਂਡੇਸ਼ਨ ਦਿੱਲੀ ਦੇ ਡਾਇਰੈਕਟਰ ਵਰਿੰਦਰ ਕੁਮਾਰ ਸਿੰਘ ਦੀ ਅਗਵਾਈ ਹੇਠ ਲੌਰੀਆ ਦੇ ਬਿਆਸਪੁਰ ਚੌਂਕ ਦੇ ਵਿੱਚ 2 ਘਰਾਂ 'ਚ ਛਾਪੇਮਾਰੀ ਕੀਤੀ ਗਈ ਜਿੱਥੋਂ 13 ਨਾਬਾਲਿਗ ਕੁੜੀਆਂ ਨੂੰ ਬਚਾਅ ਮੁਹਿੰਮ ਦਰਮਿਆਨ ਆਜ਼ਾਦ ਕਰਵਾਇਆ ਗਿਆ।
ਇਹ ਨਾਬਾਲਿਗ ਕੁੜੀਆਂ ਅਸਾਮ, ਯੂਪੀ, ਪੰਜਾਬ, ਪੱਛਮੀ ਬੰਗਾਲ ਅਤੇ ਬਿਹਾਰ ਦੇ ਗੋਪਾਲਗੰਜ ਦੀਆਂ ਵਸਨੀਕ ਸਨ, ਜਿਨ੍ਹਾਂ ਨੂੰ ਆਖਿਰਕਾਰ ਰਿਹਾ ਕਰਵਾਇਆ ਗਿਆ ਹੈ। ਖਬਰ ਯੂਪੀ ਤੋਂ ਹੈ, ਜਿੱਥੇ ਮੁਜ਼ੱਫਰਨਗਰ ਦੇ ਵਿੱਚ ਪੁਲਿਸ ਨੇ ਇੱਕ ਔਰਤ ਦੇ ਖਿਲਾਫ ਆਪਣੀ 9 ਸਾਲ ਦੀ ਮਤਰੇਈ ਧੀ ਨੂੰ ਕਥਿਤ ਤੌਰ ਤੇ ਬਕਸੇ ਦੇ ਵਿੱਚ ਬੰਦ ਕਰਨ ਦੇ ਦੋਸ਼ ਵਿੱਚ ਮਾਮਲਾ ਦਰਜ ਕੀਤਾ ਹੈ। ਪੁਲਿਸ ਮੁਤਾਬਿਕ ਸ਼ਿਲਪੀ ਦੇ ਖਿਲਾਫ ਭਾਰਤੀ ਦੰਡਾਵਲੀ ਦੀ ਧਾਰਾ 307 ਯਾਨੀ ਕਿ ਕਤਲ ਦੀ ਕੋਸ਼ਿਸ਼ ਤਹਿਤ ਮਾਮਲਾ ਦਰਜ ਕੀਤਾ ਗਿਆ। ਪੁਲਿਸ ਮੁਤਾਬਿਕ ਮੁਲਜ਼ਮ ਔਰਤ ਗਰਭਵਤੀ ਹੈ ਤੇ ਹਾਲੇ ਤੱਕ ਉਸ ਨੂੰ ਗ੍ਰਿਫਤਾਰ ਨਹੀਂ ਕੀਤਾ ਗਿਆ। ਰਾਧਿਕਾ ਦੇ ਲਾਪਤਾ ਹੋਣ ਦੀ ਸੂਚਨਾ ਸੋਮਵਾਰ ਸ਼ਾਮ ਨੂੰ ਮਿਲੀ ਸੀ। ਪੁਲਿਸ ਦੇ ਡਿਪਟੀ ਸੁਪਰਡੈਂਟ ਆਯੂਸ਼ ਵਿਕਰਮ ਸਿੰਘ ਨੇ ਦੱਸਿਆ ਕਿ ਜਦੋਂ ਪੁਲਿਸ ਉਸ ਦੇ ਘਰ ਪਹੁੰਚੀ ਤਾਂ ਬੱਚੀ ਬਕਸੇ ਦੇ ਵਿੱਚ ਬੇਸੁਰਤ ਪਈ ਸੀ। ਲੜਕੀ ਨੇ ਬਾਅਦ ਵਿੱਚ ਦੱਸਿਆ ਕਿ ਉਸ ਦੀ ਮਤਰੇਈ ਮਾਂ ਨੇ ਉਸ ਨੂੰ ਬੰਦ ਕੀਤਾ ਸੀ। ਨਾਬਾਲਿਗ ਦੇ ਪਿਤਾ ਸੋਨੂ ਸ਼ਰਮਾ ਨੇ ਆਪਣੀ ਪਹਿਲੀ ਪਤਨੀ ਤੋਂ ਤਲਾਕ ਲੈਣ ਤੋਂ ਬਾਅਦ ਇਸ ਦੂਸਰੀ ਪਤਨੀ ਸ਼ਿਲਪੀ ਦੇ ਨਾਲ ਵਿਆਹ ਕੀਤਾ ਸੀ ਤੇ ਬੱਚੀ ਇਹਨਾਂ ਦੇ ਨਾਲ ਹੀ ਰਹਿ ਰਹੀ ਸੀ। ਅਮਰੀਕਾ ਤੋਂ ਖਬਰ ਹੈ, ਜਿੱਥੇ ਭਾਰਤੀ ਵਿਦਿਆਰਥੀ ਇਸ ਮਹੀਨੇ ਦੀ ਸ਼ੁਰੂਆਤ ਦੇ ਵਿੱਚ ਇੱਕ ਹਾਦਸੇ ਦੀ ਲਪੇਟ ਦੇ ਵਿੱਚ ਆ ਗਿਆ ਸੀ। ਨਿਊ ਜਰਸੀ ਦੇ ਵਿੱਚ ਕਾਰ ਹਾਦਸਾ ਵਾਪਰਿਆ ਸੀ ਤੇ ਉਹ ਹੁਣ ਹਸਪਤਾਲ ਦੇ ਵਿੱਚ ਜ਼ਿੰਦਗੀ ਤੇ ਮੌਤ ਲਈ ਜੂਝ ਰਿਹਾ ਹੈ। ਉਸ ਦੇ ਸਿਰ ਤੇ ਸੱਟਾਂ ਲੱਗੀਆਂ ਤੇ ਕਈ ਪਸਲੀਆਂ ਟੁੱਟ ਗਈਆਂ ਸਨ। ਨਿਊ ਜਰਸੀ ਇੰਸਟੀਚਿਊਟ ਆਫ ਟੈਕਨੋਲੋਜੀ ਦੇ ਵਿਦਿਆਰਥੀ ਵਿਨਵਰ ਸ਼ਰਮਾ 12 ਨਵੰਬਰ ਨੂੰ ਯੂਨੀਵਰਸਿਟੀ ਕੈਂਪਸ ਤੋਂ ਘਰ ਜਾਣ ਸਮੇਂ ਹਾਦਸੇ ਦੇ ਵਿੱਚ ਬੇਹੋਸ਼ ਹੋ ਗਿਆ ਸੀ। ਭਾਰਤ ਦੇ ਵਿੱਚ ਉਸ ਦੇ ਮਾਪੇ ਅਮਰੀਕਾ ਦੇ ਵੀਜ਼ੇ ਦੀ ਉਡੀਕ ਕਰ ਰਹੇ ਨੇ ਤਾਂ ਜੋ ਆਪਣੇ ਪੁੱਤਰ ਕੋਲ ਪਹੁੰਚ ਸਕਣ। BSF ਨੇ ਪੰਜਾਬ ਦੇ ਅੰਮ੍ਰਿਤਸਰ ਜ਼ਿਲ੍ਹੇ ਦੇ ਵਿੱਚ ਪਾਕਿਸਤਾਨ ਤੋਂ ਆਏ ਡਰੋਨ ਨੂੰ ਡੇਗ ਦਿੱਤਾ। ਅਧਿਕਾਰੀਆਂ ਮੁਤਾਬਿਕ BSF ਜਵਾਨਾਂ ਨੇ ਡਰੋਨ ਤੇ ਉਸ ਵਕਤ ਗੋਲੀਆਂ ਦਾਗੀਆਂ ਜਦੋਂ ਸੋਮਵਾਰ ਰਾਤ ਨੂੰ ਇਹ ਭਾਰਤ ਵਿੱਚ ਦਾਖਲ ਹੋਇਆ। ਤਲਾਸ਼ੀ ਮੁਹਿੰਮ ਦੌਰਾਨ BSF ਨੂੰ 6 ਰੋਟਰ ਵਾਲਾ ਮਨੁੱਖੀ ਰਹਿਤ ਏਰੀਅਲ ਵਾਨ ਹੈਲੀਕਾਪਟਰ ਨੁਕਸਾਨੀ ਹਾਲਤ ਦੇ ਵਿੱਚ ਮਿਲਿਆ। ਉਸ ਨਾਲ ਬੰਨੇ ਸਫੈਦ ਰੰਗ ਦੇ ਪੋਲੀਥਿਨ ਵਿੱਚੋਂ ਸ਼ੱਕੀ ਸਮੱਗਰੀ ਵੀ ਮਿਲੀ ਹੈ, ਜਿਸ ਦੀ ਜਾਂਚ ਕੀਤੀ ਜਾ ਰਹੀ ਹੈ। ਖਬਰ ਸ਼ਰਦਾ ਕਤਲकांड ਦੇ ਨਾਲ ਜੁੜੀ ਹੋਈ ਹੈ। ਸੋਮਵਾਰ ਨੂੰ ਕੁਝ ਹਥਿਆਰਬੰਦ ਵਿਅਕਤੀਆਂ ਨੇ ਸ਼ਰਦਾ ਕਤਲकांड ਦੇ ਮੁੱਖ ਮੁਲਜ਼ਮ ਆਫਤਾਬ ਪੂਨਾਵਾਲਾ ਨੂੰ ਲਿਜਾ ਰਹੀ ਪੁਲਿਸ ਵੈਨ ਤੇ ਹਮਲਾ ਕਰ ਦਿੱਤਾ ਸੀ, ਜਿਸ ਤੋਂ ਬਾਅਦ ਫੋਰੈਂਸਿਕ ਸਾਇੰਸ ਲੈਬੋਰੇਟਰੀ ਯਾਨੀ ਕਿ FSL ਰੋਹਿਣੀ ਦੇ ਨੇੜੇ ਸੁਰੱਖਿਆ ਸਖਤ ਕਰ ਦਿੱਤੀ ਗਈ ਹੈ। ਪੂਨਾਵਾਲਾ ਨੂੰ ਸੋਮਵਾਰ ਨੂੰ ਪੋਲੀਗ੍ਰਾਫੀ ਟੈਸਟ ਦੇ ਲਈ FSL ਲਿਜਾਇਆ ਗਿਆ ਸੀ, ਜਦੋਂ ਉਸ ਤੇ ਹਮਲਾ ਹੋਇਆ ਤੇ ਪੋਲੀਗ੍ਰਾਫੀ ਟੈਸਟ ਦੇ ਰਹਿੰਦੇ ਸੈਸ਼ਨ ਦੇ ਲਈ ਮੰਗਲਵਾਰ ਨੂੰ ਉਸ ਨੂੰ ਮੁੜ ਲੈਬੋਰੇਟਰੀ ਲਿਜਾਇਆ ਗਿਆ। ਇਸੇ ਕਰਕੇ ਸੁਰੱਖਿਆ ਸਖਤ ਕੀਤੀ ਗਈ ਤੇ ਇੱਥੋਂ ਦੀ ਅਦਾਲਤ ਨੇ ਦਿੱਲੀ ਪੁਲਿਸ ਨੂੰ ਸ਼ਰਦਾ ਵਾਕਰ ਕਤਲकांड ਦੇ ਮੁੱਖ ਮੁਲਜ਼ਮ ਆਫਤਾਬ ਦਾ 1 ਅਤੇ 5 ਦਸੰਬਰ ਨੂੰ ਨਾਰਕੋ ਤੇ ਪੋਲੀਗ੍ਰਾਫ ਟੈਸਟ ਕਰਵਾਉਣ ਦੇ ਲਈ ਉਸ ਨੂੰ FSL ਰੋਹਿਣੀ ਲਿਜਾਣ ਦੀ ਇਜਾਜ਼ਤ ਵੀ ਦਿੱਤੀ। FIFA ਵਿਸ਼ਵ ਕੱਪ ਦੀ ਜਾਣਕਾਰੀ ਤੁਹਾਨੂੰ ਦੇ ਦਿੰਦੇ ਹਾਂ। ਬਰੂਨੋ ਫਰਨਾਂਡਿਸ ਦੇ 2 ਗੋਲਾਂ ਦੀ ਬਦੌਲਤ ਪੁਰਤਗਾਲ ਨੇ ਉਰੂਗਵੇ ਨੂੰ 2-0 ਦੇ ਨਾਲ ਹਰਾ ਕੇ ਵਿਸ਼ਵ ਕੱਪ ਫੁੱਟਬਾਲ ਪ੍ਰੀ ਕੁਆਟਰ ਫਾਈਨਲ ਦੇ ਵਿੱਚ ਐਂਟਰੀ ਮਾਰ ਲਈ ਹੈ। ਪੁਰਤਗਾਲ ਦੀ ਟੀਮ ਫਰਾਂਸ ਤੇ ਬ੍ਰਾਜ਼ੀਲ ਤੋਂ ਬਾਅਦ ਪ੍ਰੀ ਕੁਆਟਰ ਫਾਈਨਲ ਦੇ ਵਿੱਚ ਪਹੁੰਚਣ ਵਾਲੀ ਤੀਸਰੀ ਟੀਮ ਹੈ। ਬੁਲੇਟਿਨ ਦੇ ਵਿੱਚ ਪੂਰੇ ਭਾਰਤ ਤੇ ਪੂਰੀ ਦੁਨੀਆ ਦੀਆਂ ਖਬਰਾਂ ਤੁਹਾਨੂੰ ਦੱਸ ਦਿੰਦੇ ਹਾਂ। ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਦਾਅਵਾ ਕੀਤਾ ਹੈ ਕਿ ਗੁਜਰਾਤ ਦੇ ਸੂਰਤ ਦੇ ਵਿੱਚ ਉਹਨਾਂ ਦੇ ਰੋਡ ਸ਼ੋਅ ਦੌਰਾਨ ਪਥਰਾ ਕੀਤਾ ਗਿਆ ਹਮਲਾ ਕੀਤਾ ਗਿਆ। ਹਾਲਾਂਕਿ ਪੁਲਿਸ ਨੇ ਇਸ ਦਾਅਵੇ ਨੂੰ ਖਾਰਜ ਕੀਤਾ ਹੈ। PTI ਦੇ ਮੁਤਾਬਿਕ ਸੋਮਵਾਰ ਨੂੰ ਅਰਵਿੰਦ ਕੇਜਰੀਵਾਲ ਦੇ ਰੋਡ ਸ਼ੋਅ ਦੌਰਾਨ ਆਮ ਆਦਮੀ ਪਾਰਟੀ ਤੇ BJP ਦੇ ਸਮਰਥਕਾਂ ਦੇ ਵਿਚਾਲੇ ਝੜਪ ਹੋ ਗਈ ਸੀ। ਇਸ ਦੌਰਾਨ DCP ਜ਼ੋਨ 3 ਪਿਨਾਕਿਨ ਪਰਮਾਰ ਨੇ PTI ਨੂੰ ਦੱਸਿਆ ਕਿ ਰੋਡ ਸ਼ੋਅ ਦੇ 4 ਕਿਲੋਮੀਟਰ ਦੇ ਘੇਰੇ ਵਿੱਚ ਕੇਜਰੀਵਾਲ ਨੂੰ Z+ ਸੁਰੱਖਿਆ ਮੁਹੱਈਆ ਕਰਵਾਈ ਗਈ ਸੀ। DCP ਨੇ ਦਾਅਵਾ ਕੀਤਾ ਕਿ ਰੈਲੀ ਸ਼ਾਂਤਮਈ ਢੰਗ ਨਾਲ ਸਮਾਪਤ ਹੋਈ, ਕੋਈ ਪਥਰਾਅ ਨਹੀਂ ਹੋਇਆ। ਪਾਰਟੀ ਵਰਕਰਾਂ ਦੇ ਵਿਚਾਲੇ ਝੜਪਾਂ ਹੋਈਆਂ ਸੀ, ਪਰ ਪੁਲਿਸ ਨੇ ਹਾਲਾਤਾਂ ਨੂੰ ਕਾਬੂ ਕਰ ਲਿਆ ਸੀ, ਯਾਨੀ ਕਿ ਉੱਥੋਂ ਦੀ ਪੁਲਿਸ ਨੇ ਕੇਜਰੀਵਾਲ ਦੇ ਦਾਅਵਿਆਂ ਨੂੰ ਖਾਰਜ ਕਰ ਦਿੱਤਾ ਹੈ। ਭਾਰਤ ਦੇ ਵਿੱਚ ਕੋਰੋਨਾ ਟੀਕਾਕਰਨ ਨੂੰ ਲੈ ਕੇ ਲੋਕਾਂ ਦੀਆਂ ਹੋਈਆਂ ਮੌਤਾਂ ਦੇ ਮਾਮਲੇ ਦੇ ਵਿੱਚ ਸੁਪਰੀਮ ਕੋਰਟ ਦੇ ਵਿੱਚ ਸੁਣਵਾਈ ਹੋਈ। ਸੁਣਵਾਈ ਦੌਰਾਨ ਸੁਪਰੀਮ ਕੋਰਟ ਨੇ ਕਿਹਾ ਕਿ ਕੇਂਦਰ ਸਰਕਾਰ ਨੂੰ ਕੋਰੋਨਾ ਟੀਕਾਕਰਨ ਦੇ ਪ੍ਰਭਾਵਾਂ ਦੇ ਲਈ ਜ਼ਿੰਮੇਵਾਰ ਨਹੀਂ ਠਹਿਰਾਇਆ ਜਾ ਸਕਦਾ। ਇਸ ਸੰਬੰਧੀ ਕੇਂਦਰ ਸਰਕਾਰ ਨੇ ਸੁਪਰੀਮ ਕੋਰਟ ਦੇ ਵਿੱਚ ਹਲਫਨਾਮਾ ਵੀ ਦਾਇਰ ਕੀਤਾ ਹੈ। ਸੈਂਟਰ ਸਰਕਾਰ ਦਾ ਕਹਿਣਾ ਹੈ ਕਿ ਕੋਰੋਨਾ ਟੀਕਾਕਰਨ ਕਰਕੇ ਮੌਤ ਦੇ ਮਾਮਲਿਆਂ ਦੇ ਵਿੱਚ ਸਿਵਲ ਅਦਾਲਤ ਦੇ ਵਿੱਚ ਮੁਕੱਦਮਾ ਦਾਇਰ ਕਰਕੇ ਮੁਆਵਜ਼ੇ ਦੀ ਮੰਗ ਕੀਤੀ ਜਾ ਸਕਦੀ ਹੈ। ਇਸ ਤੋਂ ਇਲਾਵਾ ਕੇਂਦਰ ਸਰਕਾਰ ਨੇ ਵੀ ਕਿਹਾ ਕਿ ਸਰਕਾਰ ਨੂੰ ਮ੍ਰਿਤਕਾਂ ਅਤੇ ਉਹਨਾਂ ਦੇ ਪਰਿਵਾਰਾਂ ਪ੍ਰਤੀ ਪੂਰੀ ਹਮਦਰਦੀ ਹੈ, ਪਰ ਟੀਕੇ ਦੇ ਕਿਸੇ ਵੀ ਮਾੜੇ ਪ੍ਰਭਾਵ ਦੇ ਲਈ ਸਰਕਾਰ ਨੂੰ ਜ਼ਿੰਮੇਵਾਰ ਨਹੀਂ ਠਹਿਰਾਇਆ ਜਾ ਸਕਦਾ। ਕੇਂਦਰ ਸਰਕਾਰ ਨੇ ਇਸ ਗੱਲ ਤੇ ਵੀ ਜ਼ੋਰ ਦਿੱਤਾ ਕਿ COVID-19 ਵੈਕਸੀਨ ਲੈਣ ਦੇ ਲਈ ਕੋਈ ਕਾਨੂੰਨੀ ਮਜਬੂਰੀ ਨਹੀਂ ਹੈ। ਪਰ ਇੱਥੇ ਸਰਕਾਰ ਦਾ ਦੋਗਲਾ ਚਿਹਰਾ ਵੀ ਦਿਖਾਈ ਦਿੰਦਾ ਹੈ, ਕਿਉਂਕਿ ਜੇ ਭਾਵੇਂ ਸੁਪਰੀਮ ਕੋਰਟ ਵੀ ਵਾਰ-ਵਾਰ ਕਹਿ ਚੁੱਕੀ ਹੈ, ਸਰਕਾਰ ਵੀ ਵਾਰੀ-ਵਾਰੀ ਕਹਿੰਦੀ ਹੈ ਕਿ ਕਿਸੇ ਨੂੰ ਵੀ ਟੀਕਾ ਲਾਉਣ ਤੇ ਮਜਬੂਰ ਨਹੀਂ ਕੀਤਾ ਜਾਂਦਾ, ਪਰ ਮੁਲਕ ਦੇ ਵਿੱਚ ਵੱਖ-ਵੱਖ ਵਿਭਾਗਾਂ ਦੇ ਵਿੱਚ ਇਹੋ ਜਿਹੇ ਸਿਸਟਮ ਹੀ ਬਣਾ ਦਿੱਤੇ ਗਏ ਨੇ ਕਿ ਜਿਸਨੇ ਵੈਕਸੀਨੇਸ਼ਨ ਨਹੀਂ ਲਈ ਤਾਂ ਉਸ ਨੂੰ ਇਹ ਸਹੂਲਤ ਨਹੀਂ ਮਿਲੇਗੀ। ਜਿਸਨੇ ਵੈਕਸੀਨੇਸ਼ਨ ਨਹੀਂ ਲਈ ਉਸ ਨੂੰ ਇੱਥੇ ਯਾਤਰਾ ਨਹੀਂ ਕਰਨ ਦਿੱਤੀ ਜਾਊਗੀ, ਉਸ ਨੂੰ ਇਸ ਦਫ਼ਤਰ ਦੇ ਅੰਦਰ ਨਹੀਂ ਜਾਣ ਦਿੱਤਾ ਜਾਊਗਾ। ਸੋ ਬਹੁਤ ਸਾਰੀਆਂ ਇਹੋ ਜਿਹੀਆਂ ਰੈਸਟ੍ਰਿਕਸ਼ਨਸ ਲਾਈਆਂ ਗਈਆਂ ਨੇ।
ਅਤੇ ਜਦੋਂ ਕੋਵਿਡ ਦਾ ਟੀਕਾਕਰਨ ਮੁਹਿੰਮ ਚੱਲ ਰਹੀ ਸੀ ਤਾਂ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੀ ਵਾਰ-ਵਾਰ ਅਪੀਲਾਂ ਕਰਦੇ ਰਹੇ ਨੇ ਕਿ ਸਾਰੇ ਵੈਕਸੀਨ ਲਵਾਓ, ਪਹਿਲੀ ਲਵਾਓ, ਦੂਸਰੀ ਲਵਾਓ ਤੇ ਫਿਰ ਬੂਸਟਰ ਡੋਜ਼ ਵੀ ਲਗਵਾਓ। ਤੇ ਹੁਣ ਸੁਪਰੀਮ ਕੋਰਟ ਨੇ ਕਿਹਾ ਹੈ ਕਿ ਜੇ ਵੈਕਸੀਨੇਸ਼ਨ ਦੇ ਨਾਲ ਕਿਸੇ ਦੀ ਵੀ ਮੌਤ ਹੋਈ ਹੈ, ਕਿਉਂਕਿ ਮੌਤਾਂ ਹੋਈਆਂ ਨੇ, ਜੇ ਕਿਸੇ ਦੀ ਮੌਤ ਹੋਈ ਹੈ ਤਾਂ ਉਹਦੇ ਲਈ ਸੈਂਟਰ ਸਰਕਾਰ ਜ਼ਿੰਮੇਦਾਰ ਨਹੀਂ ਹੈ। ਸੁਪਰੀਮ ਕੋਰਟ ਨੇ ਪੂਰੇ ਦੇਸ਼ ਦੇ ਸਰਕਾਰੀ ਸਕੂਲਾਂ ਦੇ ਵਿੱਚ 6ਵੀਂ ਤੋਂ 12ਵੀਂ ਜਮਾਤਾਂ ਦੇ ਵਿੱਚ ਪੜ੍ਹਦੀਆਂ ਲੜਕੀਆਂ ਦੇ ਲਈ ਮੁਫਤ ਸੈਨੇਟਰੀ ਪੈਡ ਪ੍ਰਦਾਨ ਕਰਨ ਦੇ ਨਿਰਦੇਸ਼ ਦੇਣ ਦੀ ਮੰਗ ਵਾਲੀ ਜਨਹਿਤ ਪਟੀਸ਼ਨ ਤੇ ਕੇਂਦਰ ਸਰਕਾਰ ਸਮੇਤ ਸੂਬਿਆਂ ਅਤੇ ਯੂਟੀਜ਼ ਤੋਂ ਜਵਾਬ ਮੰਗੇ ਨੇ। ਇਸ ਪਟੀਸ਼ਨ ਤੇ ਅਦਾਲਤ ਨੇ ਸੋਮਵਾਰ ਨੂੰ ਤਿੰਨਾਂ ਸਰਕਾਰਾਂ ਤੋਂ ਜਵਾਬ ਮੰਗੇ ਨੇ। ਕਸ਼ਮੀਰ ਫਾਈਲਸ ਫਿਲਮ ਦੀ ਗੱਲ ਕਰਾਂਗੇ ਤਾਂ ਕਈ ਮੁਲਕਾਂ ਦੇ ਵਿੱਚ ਇਸ ਫਿਲਮ ਤੇ ਪਾਬੰਦੀ ਲਾ ਦਿੱਤੀ ਗਈ ਹੈ। ਨਿਊਜ਼ੀਲੈਂਡ ਨੇ ਵੀ ਫਿਲਮ ਤੇ ਪਾਬੰਦੀ ਲਾਈ ਗਈ ਹੈ। ਫਿਲਮ ਨੂੰ ਪਹਿਲਾਂ ਇਹ ਸਰਟੀਫਿਕੇਟ ਦੇ ਨਾਲ ਰਿਲੀਜ਼ ਕਰਨ ਦੀ ਮਨਜ਼ੂਰੀ ਦਿੱਤੀ ਗਈ ਸੀ, ਪਰ ਮੁਸਲਿਮ ਭਾਈਚਾਰੇ ਦੀ ਮੰਗ ਤੋਂ ਬਾਅਦ ਸੈਂਸਰ ਬੋਰਡ ਨੇ ਫਿਲਮ ਤੇ ਪਾਬੰਦੀ ਲਾਉਣ ਦਾ ਫੈਸਲਾ ਲਿਆ ਹੈ। ਇਸੇ ਤਰ੍ਹਾਂ ਸਿੰਗਾਪੁਰ ਦੇ ਵਿੱਚ ਵੀ ਪਾਬੰਦੀ ਲਾਈ ਗਈ ਹੈ। ਉਧਰ 53ਵੇਂ ਕੌਮਾਂਤਰੀ ਫਿਲਮ ਮੇਲੇ ਦੇ ਜਿਊਰੀ ਮੁਖੀ ਨਦਵ ਲੈਪਿਡ ਨੇ ਹਿੰਦੀ ਫਿਲਮ ਦਾ ਕਸ਼ਮੀਰ ਫਾਈਲਸ ਨੂੰ ਕੂੜ ਪ੍ਰਚਾਰ ਅਤੇ ਭੱਦੀ ਕਰਾਰ ਦਿੱਤਾ ਹੈ, ਜਿਸ ਤੋਂ ਬਾਅਦ ਕਾਂਗਰਸ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਭਾਰਤੀ ਮੀਡੀਆ ਦੀ ਆਲੋਚਨਾ ਕੀਤੀ ਤੇ ਕਿਹਾ ਕਿ ਆਖਿਰਕਾਰ ਨਫ਼ਰਤ ਦੀ ਪਛਾਣ ਹੋਈ ਜਾਂਦੀ ਹੈ। ਪਾਰਟੀ ਦੀ ਬੁਲਾਰਾ ਸੁਪ੍ਰਿਆ ਸ਼ਰਨੇਤ ਨੇ ਟਵੀਟ ਕੀਤਾ ਕਿ ਪ੍ਰਧਾਨ ਮੰਤਰੀ ਮੋਦੀ, ਉਹਨਾਂ ਦੀ ਸਰਕਾਰ ਅਤੇ ਬੀਜੇਪੀ ਅਤੇ ਉਹਨਾਂ ਦੇ ਪੂਰੇ ਸਿਸਟਮ ਨੇ ਦ ਕਸ਼ਮੀਰ ਫਾਈਲਸ ਦਾ ਪ੍ਰਚਾਰ ਕੀਤਾ ਸੀ। ਫਿਲਮ ਨੂੰ ਕੌਮਾਂਤਰੀ ਫਿਲਮ ਮੇਲੇ ਨੇ ਰੱਦ ਕਰ ਦਿੱਤਾ ਹੈ ਤੇ ਕਈ ਮੁਲਕਾਂ ਨੇ ਵੀ ਇਸ ਨੂੰ ਬੇਲੋੜਾ ਦੱਸਿਆ ਹੈ। ਤੇ ਕੌਮਾਂਤਰੀ ਫਿਲਮ ਮੇਲੇ ਦੇ ਵਿੱਚ ਫਿਲਮ ਨੂੰ ਰੱਦ ਕੀਤੇ ਜਾਣ ਤੋਂ ਬਾਅਦ ਫਿਲਮ ਦੇ ਨਿਰਦੇਸ਼ਕ ਵਿਵੇਕ ਅਗਨੀਹੋਤਰੀ ਨੇ ਸੋਸ਼ਲ ਮੀਡੀਆ ਤੇ ਪੋਸਟ ਕਰਦਿਆਂ ਕਿਹਾ ਕਿ ਸੱਚਾਈ ਸਭ ਤੋਂ ਖਤਰਨਾਕ ਚੀਜ਼ ਹੈ ਕਿਉਂਕਿ ਲੋਕਾਂ ਨੂੰ ਝੂਠਾ ਬਣਾ ਸਕਦੀ ਹੈ। ਅਗਨੀਹੋਤਰੀ ਦੀ ਪ੍ਰਤੀਕਿਰਿਆ ਤੇ ਅਭਿਨੇਤਾ ਅਨੁਪਮ ਖੇਰ ਜੋ ਇਸ ਫਿਲਮ ਦੇ ਵਿੱਚ ਕੰਮ ਕਰ ਚੁੱਕੇ ਨੇ, ਉਹਨਾਂ ਨੇ ਵੀ ਕਿਹਾ ਕਿ ਸੱਚ ਦੀ ਹਮੇਸ਼ਾ ਝੂਠ ਤੇ ਜਿੱਤ ਹੁੰਦੀ ਹੈ ਤੇ ਹੋ ਕੇ ਰਹੇਗੀ। ਦਰਅਸਲ ਗੋਆ ਦੇ ਵਿੱਚ 53ਵਾਂ ਭਾਰਤੀ ਕੌਮਾਂਤਰੀ ਫਿਲਮ ਮੇਲਾ ਚੱਲ ਰਿਹਾ ਹੈ। ਜਿਊਰੀ ਦੇ ਮੁਖੀ ਤੇ ਇਜ਼ਰਾਈਲੀ ਫਿਲਮ ਨਿਰਮਾਤਾ ਨਦਵ ਲੈਪਿਡ ਨੇ ਇਸ ਫਿਲਮ ਨੂੰ ਕੂੜ ਪ੍ਰਚਾਰ ਦੱਸਿਆ ਹੈ। ਅਹਿਮਦਾਬਾਦ ਦੇ ਬਹਿਰਾਮਪੁਰਾ ਦੇ ਵਿੱਚ ਇੱਕ ਜਨਤਕ ਮੀਟਿੰਗ ਦੇ ਵਿੱਚ ਕਾਂਗਰਸ ਪ੍ਰਧਾਨ ਮਲਿਕਾਰਜੁਨ ਖੜਗੇ ਨੇ ਹਰ ਚੋਣ ਦੇ ਲਈ ਮੋਦੀ ਤੇ ਬਹੁਤ ਜ਼ਿਆਦਾ ਭਰੋਸਾ ਕਰਨ ਦੇ ਲਈ ਬੀਜੇਪੀ ਤੇ ਨਿਸ਼ਾਨਾ ਸਾਧਿਆ। ਉਹਨਾਂ ਕਿਹਾ ਕਿ ਅਸੀਂ ਹਰ ਥਾਂ ਤੇ ਤੁਹਾਡਾ ਯਾਨੀ ਕਿ ਮੋਦੀ ਦਾ ਚਿਹਰਾ ਦੇਖਦੇ ਹਾਂ, ਭਾਵੇਂ ਨਿਗਮ ਚੋਣਾਂ, ਐਮਐਲਏ ਜਾਂ ਫਿਰ ਐਮਪੀ ਚੋਣਾਂ ਹੋਣ। ਕੀ ਤੁਹਾਡੇ ਕੋਲ ਰਾਵਣ ਵਰਗੇ 100 ਸਿਰ ਨੇ? ਹੁਣ ਉਹਨਾਂ ਦੇ ਇਸ ਬਿਆਨ ਕਰਕੇ ਬੀਜੇਪੀ ਦਾ ਪਾਰਾ ਵੀ ਚੜ ਗਿਆ ਹੈ। ਭਾਰਤ ਦੇ ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਦੇਸ਼ ਵਾਸੀਆਂ ਨੂੰ ਹਥਿਆਰਬੰਦ ਸੈਨਾ ਝੰਡਾ ਦਿਵਸ ਫੰਡ ਦੇ ਵਿੱਚ ਖੁੱਲ੍ਹੇ ਦਿਲ ਨਾਲ ਯੋਗਦਾਨ ਪਾਉਣ ਦੀ ਅਪੀਲ ਕੀਤੀ ਹੈ। ਨਿੱਜੀ ਖੇਤਰ ਨੂੰ ਹਰ ਸਾਲ ਘੱਟ ਉਮਰ ਦੇ ਵਿੱਚ ਸੇਵਾ ਮੁਕਤ ਹੋਣ ਵਾਲੇ 60,000 ਫੌਜੀਆਂ ਨੂੰ ਰੁਜ਼ਗਾਰ ਦੇ ਮੌਕੇ ਦੇਣ ਦੀ ਰੱਖਿਆ ਮੰਤਰੀ ਨੇ ਅਪੀਲ ਕੀਤੀ ਹੈ। ਉਹਨਾਂ ਕਿਹਾ ਕਿ ਵੱਡੀ ਗਿਣਤੀ ਦੇ ਵਿੱਚ ਫੌਜੀ 35 ਤੋਂ 40 ਸਾਲ ਦੀ ਉਮਰ 'ਚ ਸੇਵਾ ਮੁਕਤ ਹੋ ਜਾਂਦੇ ਨੇ ਤੇ ਇਹਨਾਂ ਨੂੰ ਭਵਿੱਖ ਦੇ ਵਿੱਚ ਰੁਜ਼ਗਾਰ ਦੇਣ ਦੇ ਲਈ ਨਿੱਜੀ ਖੇਤਰਾਂ ਨੂੰ ਆਪਣਾ ਯੋਗਦਾਨ ਪਾਉਣਾ ਚਾਹੀਦਾ ਹੈ। ਯਾਨੀ ਕਿ ਬਾਅਦ 'ਚ ਸਾਬਕਾ ਫੌਜੀਆਂ ਨੂੰ ਨਿੱਜੀ ਖੇਤਰਾਂ ਦੇ ਵਿੱਚ ਨੌਕਰੀਆਂ ਮਿਲਣੀਆਂ ਚਾਹੀਦੀਆਂ ਨੇ, ਕੰਪਨੀਆਂ ਨੂੰ ਇਹਨਾਂ ਨੂੰ ਨੌਕਰੀਆਂ ਦੇਣੀਆਂ ਚਾਹੀਦੀਆਂ। ਪਾਕਿਸਤਾਨ ਦੀ ਫੌਜ ਨੂੰ ਨਵੇਂ ਫੌਜ ਮੁਖੀ ਮਿਲ ਗਏ ਨੇ। ਪਾਕਿਸਤਾਨ ਦੀ ਖੁਫੀਆ ਏਜੰਸੀ ISI ਦੇ ਸਾਬਕਾ ਮੁਖੀ ਜਨਰਲ ਆਸਿਮ ਮੁਨੀਰ ਨੇ ਥਲ ਸੈਨਾ ਦੇ ਨਵੇਂ ਮੁਖੀ ਦੇ ਵਜੋਂ ਅਹੁਦਾ ਸੰਭਾਲਿਆ ਹੈ। ਮੁਨੀਰ ਕਮਰ ਜਾਵੇਦ ਬਾਜਵਾ ਦੀ ਥਾਂ ਲੈਣਗੇ। ਬਾਜਵਾ ਨੂੰ 2016 ਦੇ ਵਿੱਚ 3 ਸਾਲਾਂ ਦੇ ਲਈ ਫੌਜ ਮੁਖੀ ਨਿਯੁਕਤ ਕੀਤਾ ਗਿਆ ਸੀ। 2019 ਦੇ ਵਿੱਚ ਉਹਨਾਂ ਨੂੰ 3 ਸਾਲ ਦਾ ਸੇਵਾ ਵਾਧਾ ਦੇ ਦਿੱਤਾ ਗਿਆ ਸੀ। ਮੁਨੀਰ ਨੇ ਜਨਰਲ ਹੈੱਡਕੁਆਰਟਰ ਦੇ ਵਿੱਚ ਸਮਾਰੋਹ ਦੌਰਾਨ ਅਹੁਦਾ ਸੰਭਾਲਿਆ। ਬਰਤਾਨੀਆ ਦੇ ਪ੍ਰਧਾਨ ਮੰਤਰੀ ਰਿਸ਼ੀ ਸੁਨਕ ਨੇ ਭਾਰਤ ਪ੍ਰਸ਼ਾਂਤ ਖੇਤਰ ਦੇ ਨਾਲ ਸਬੰਧਾਂ ਨੂੰ ਮਜ਼ਬੂਤ ਕਰਨ ਤੇ ਜ਼ਿਆਦਾ ਧਿਆਨ ਦੇਣ ਦੀ ਯੋਜਨਾ ਦੇ ਹਿੱਸੇ ਵਜੋਂ ਭਾਰਤ ਨਾਲ ਮੁਕਤ ਵਪਾਰ ਸਮਝੌਤੇ ਪ੍ਰਤੀ ਆਪਣੇ ਦੇਸ਼ ਦੀ ਵਚਨਬੱਧਤਾ ਨੂੰ ਦੁਹਰਾਇਆ ਹੈ। ਭਾਰਤੀ ਮੂਲ ਦੇ ਲੀਡਰ ਸੁਨਕ ਨੇ ਪਿਛਲੇ ਮਹੀਨੇ ਪ੍ਰਧਾਨ ਮੰਤਰੀ ਦਾ ਅਹੁਦਾ ਸੰਭਾਲਣ ਤੋਂ ਬਾਅਦ ਸੋਮਵਾਰ ਰਾਤ ਨੂੰ ਆਪਣਾ ਪਹਿਲਾ ਪ੍ਰਮੁੱਖ ਵਿਦੇਸ਼ ਨੀਤੀ ਭਾਸ਼ਣ ਦਿੱਤਾ। ਉਹਨਾਂ ਨੇ ਚੀਨ ਦੇ ਸੰਦਰਭ ਵਿੱਚ ਚੀਜ਼ਾਂ ਵੱਖਰੇ ਤਰੀਕੇ ਨਾਲ ਕਰਨ ਦਾ ਸੰਕਲਪ ਵੀ ਲਿਆ। ਚੀਨ ਦੇ ਵਿੱਚ ਜਿਵੇਂ-ਜਿਵੇਂ ਕੋਰੋਨਾ ਦੇ ਮਾਮਲੇ ਵੱਧ ਰਹੇ ਨੇ, ਲਾਕਡਾਊਨ ਵੀ ਸਖਤ ਹੁੰਦਾ ਜਾ ਰਿਹਾ ਹੈ ਤੇ ਇੱਥੇ ਲਾਕਡਾਊਨ ਦੇ ਖਿਲਾਫ ਪ੍ਰਦਰਸ਼ਨ ਵੀ ਲਗਾਤਾਰ ਹੋ ਰਹੇ ਨੇ। ਲਾਕਡਾਊਨ ਖਿਲਾਫ ਪ੍ਰਦਰਸ਼ਨਾਂ ਦਾ ਸੇਕ ਚੀਨ ਦੀ ਰਾਜਧਾਨੀ ਪੇਚਿੰਗ ਤੱਕ ਪਹੁੰਚ ਗਿਆ ਹੈ। ਚੀਨ ਦੇ ਵਿੱਚ ਸੋਮਵਾਰ ਨੂੰ ਕੋਰੋਨਾ ਵਾਇਰਸ ਦੇ 40,000 ਨਵੇਂ ਕੇਸ ਸਾਹਮਣੇ ਆਏ ਨੇ। ਪੇਚਿੰਗ ਦੇ ਵਿੱਚ ਲਗਾਤਾਰ 5ਵੇਂ ਦਿਨ ਕੋਰੋਨਾ ਦੇ 4,000 ਨਵੇਂ ਕੇਸ ਆਏ ਨੇ ਤੇ ਜਿਹੜੇ ਪ੍ਰਦਰਸ਼ਨ ਹਫ਼ਤੇ ਦੇ ਅਖੀਰ ਵਿੱਚ ਸ਼ੰਘਾਈ ਤੋਂ ਸ਼ੁਰੂ ਹੋਏ ਸੀ ਉਹ ਹੁਣ ਪੇਚਿੰਗ ਤੱਕ ਪਹੁੰਚ ਗਏ ਨੇ। ਲੋਕਾਂ ਨੇ ਮੋਮਬੱਤੀਆਂ ਜਗਾ ਕੇ ਕੋਰੋਨਾ ਕਾਰਨ ਮਾਰੇ ਗਏ ਲੋਕਾਂ ਦੀ ਯਾਦ ਵਿੱਚ ਮਾਰਚ ਕੱਢੇ। ਸਰਕਾਰ ਦੇ ਵੱਲੋਂ ਲਾਏ ਗਏ ਲਾਕਡਾਊਨ ਦੇ ਖਿਲਾਫ ਨਾਅਰੇਬਾਜ਼ੀ ਵੀ ਕੀਤੀ। ਪੇਚਿੰਗ ਦੇ ਵਿੱਚ ਕੂਟਨੀਤਕਾਂ ਦੇ ਰਿਹਾਇਸ਼ੀ ਇਲਾਕੇ ਵਿੱਚ ਪ੍ਰਦਰਸ਼ਨ ਹੋਣ ਕਰਕੇ ਕਈ ਡਿਪਲੋਮੈਟਾਂ ਅਤੇ ਵਿਦੇਸ਼ੀਆਂ ਨੇ ਇਹਨਾਂ ਪ੍ਰਦਰਸ਼ਨਾਂ ਨੂੰ ਬੜੇ ਹੀ ਗੌਰ ਦੇ ਨਾਲ ਵੀ ਦੇਖਿਆ। ਪ੍ਰਤੱਖਦਰਸ਼ੀਆਂ ਦੇ ਮੁਤਾਬਿਕ ਪ੍ਰਦਰਸ਼ਨ ਕਈ ਘੰਟਿਆਂ ਤੱਕ ਜਾਰੀ ਰਹੇ। ਪੁਲਿਸ ਨੇ ਕਈ ਵਿਅਕਤੀਆਂ ਨੂੰ ਹਿਰਾਸਤ ਦੇ ਵਿੱਚ ਵੀ ਲਿਆ। ਸ਼ੰਘਾਈ ਅਤੇ ਪੇਚਿੰਗ 'ਚ ਹੋਏ ਪ੍ਰਦਰਸ਼ਨਾਂ ਦੌਰਾਨ ਲੋਕਾਂ ਨੇ ਰਾਸ਼ਟਰਪਤੀ ਸ਼ੀ ਜਿਨਪਿੰਗ ਅਤੇ ਹੁਕਮਰਾਨ ਕਮਿਊਨਿਸਟ ਪਾਰਟੀ ਖਿਲਾਫ ਨਾਅਰੇਬਾਜ਼ੀ ਕਰਦਿਆਂ ਉਹਨਾਂ ਨੂੰ ਸੱਤਾ ਤੋਂ ਲਾਂਭੇ ਕਰਨ ਦੀ ਮੰਗ ਕੀਤੀ।
ਤੇ ਚੀਨ ਦੇ ਵਿੱਚ ਚੱਲ ਰਹੇ ਇਹਨਾਂ ਮੁਜ਼ਾਹਰਿਆਂ ਦੀ ਕਵਰੇਜ ਕਰ ਰਹੇ BBC ਦੇ ਇੱਕ ਪੱਤਰਕਾਰ ਦੀ ਕੁੱਟਮਾਰ ਵੀ ਕੀਤੀ ਗਈ ਹੈ। ਘਟਨਾ ਸ਼ੰਘਾਈ ਦੇ ਵਿੱਚ ਵਾਪਰੀ ਹੈ। ਪੱਤਰਕਾਰ ਐਡ ਲਾਰੈਂਸ ਨੂੰ ਹੱਥਕੜੀ ਵੀ ਲਾਈ ਗਈ। ਬ੍ਰਿਟਿਸ਼ ਬ੍ਰਾਡਕਾਸਟਿੰਗ ਕਾਰਪੋਰੇਸ਼ਨ ਨੇ ਬਿਆਨ ਜਾਰੀ ਕਰਕੇ ਯਾਨੀ ਕਿ BBC ਨੇ ਬਿਆਨ ਜਾਰੀ ਕਰਕੇ ਇਹਨਾਂ ਹਾਲਾਤਾਂ ਤੇ ਗੰਭੀਰ ਚਿੰਤਾ ਜ਼ਾਹਿਰ ਕੀਤੀ ਹੈ। ਰਿਪੋਰਟ ਮੁਤਾਬਿਕ ਲਾਰੈਂਸ ਨੂੰ ਪੁਲਿਸ ਨੇ ਲੱਤਾਂ ਮਾਰੀਆਂ ਤੇ ਕੁੱਟਿਆ। ਇਸ ਤੋਂ ਬਾਅਦ ਉਸ ਨੂੰ ਗ੍ਰਿਫਤਾਰ ਕੀਤਾ ਗਿਆ। ਕਈ ਘੰਟਿਆਂ ਬਾਅਦ ਛੱਡਿਆ ਗਿਆ। BBC ਨੇ ਇਤਰਾਜ਼ ਜਤਾਇਆ ਕਿ ਮਾਨਤਾ ਪ੍ਰਾਪਤ ਪੱਤਰਕਾਰ ਹੋਣ ਦੇ ਬਾਵਜੂਦ ਉਸ ਦੇ ਨਾਲ ਸਭ ਕੁਝ ਹੋਇਆ ਜਦਕਿ ਉਹ ਆਪਣਾ ਕੰਮ ਕਰ ਰਿਹਾ ਸੀ। BBC ਨੇ ਦੱਸਿਆ ਕਿ ਉਹਨਾਂ ਨੂੰ ਚੀਨ ਦੇ ਪ੍ਰਸ਼ਾਸਨ ਤੋਂ ਅਧਿਕਾਰਿਤ ਤੌਰ ਤੇ ਕੋਈ ਸਪਸ਼ਟੀਕਰਨ ਜਾਂ ਮਾਫੀ ਵੀ ਨਹੀਂ ਮਿਲੀ ਹੈ। ਪੱਤਰਕਾਰ ਨੂੰ ਰਿਹਾ ਕਰਨ ਵਾਲੇ ਅਧਿਕਾਰੀਆਂ ਨੇ ਮਗਰੋਂ ਦਾਅਵਾ ਕੀਤਾ ਕਿ ਉਸ ਨੂੰ ਕੋਰੋਨਾ ਤੋਂ ਬਚਾਉਣ ਦੇ ਲਈ ਹਿਰਾਸਤ ਵਿੱਚ ਲਿਆ ਗਿਆ ਸੀ ਜਦਕਿ ਬਰਤਾਨਵੀ ਪ੍ਰਸਾਰਣ ਸੇਵਾ ਯਾਨੀ ਕਿ BBC ਨੇ ਕਿਹਾ ਕਿ ਇਹ ਕੋਈ ਭਰੋਸੇਯੋਗ ਸਪਸ਼ਟੀਕਰਨ ਨਹੀਂ ਹੈ। ਉਸ ਦੀ ਕੁੱਟਮਾਰ ਹੋਈ ਹੈ। ਪਾਕਿਸਤਾਨ ਦੇ ਸਾਬਕਾ ਕ੍ਰਿਕਟਰ ਵਸੀਮ ਅਕਰਮ ਨੇ ਆਪਣੇ ਹੀ ਸਾਥੀ ਸਲੀਮ ਮਲਿਕ ਤੇ ਕੁਝ ਹੈਰਾਨ ਕਰਨ ਵਾਲੇ ਦੋਸ਼ ਲਾਏ ਨੇ। ਕਿਹਾ ਕਿ ਮਲਿਕ ਨੇ ਆਪਣੇ ਕੈਰੀਅਰ ਦੇ ਸ਼ੁਰੂਆਤੀ ਦਿਨਾਂ ਦੇ ਵਿੱਚ ਉਸ ਨਾਲ ਇੱਕ ਨੌਕਰ ਵਾਂਗੂ ਵਰਤਾਓ ਕੀਤਾ ਸੀ। 1984 ਦੇ ਵਿੱਚ ਅੰਤਰਰਾਸ਼ਟਰੀ ਕ੍ਰਿਕਟ ਕੈਰੀਅਰ ਦੀ ਸ਼ੁਰੂਆਤ ਕਰਨ ਵਾਲੇ ਵਸੀਮ ਨੇ ਕਿਹਾ ਕਿ ਟੀਮ ਦੇ ਸੀਨੀਅਰ ਖਿਡਾਰੀ ਮਲਿਕ ਨੇ ਉਹਨਾਂ ਤੋਂ ਮਾਲਸ਼ਾਂ ਕਰਵਾਈਆਂ, ਕੱਪੜੇ ਤੇ ਜੁੱਤੀਆਂ ਵੀ ਸਾਫ਼ ਕਰਵਾਈਆਂ। ਅਕਰਮ ਨੇ ਇਹ ਗੱਲਾਂ ਆਪਣੀ ਆਉਣ ਵਾਲੀ ਕਿਤਾਬ ਸੁਲਤਾਨ ਮੈਮੋਰ ਦੇ ਵਿੱਚ ਲਿਖੀਆਂ ਨੇ। PTI ਨੇ ਅਕਰਮ ਦੀ ਕਿਤਾਬ ਦੇ ਇੱਕ ਅੰਸ਼ ਦਾ ਹਵਾਲਾ ਦਿੰਦਿਆਂ ਦੱਸਿਆ ਕਿ ਲਿਖਿਆ ਹੋਇਆ ਅਕਰਮ ਨੇ ਕਿ ਉਹ ਮੇਰੇ ਜੂਨੀਅਰ ਹੋਣ ਦਾ ਫਾਇਦਾ ਉਠਾਉਂਦਾ ਸੀ। ਉਹ ਨੈਗੇਟਿਵ ਸੀ, ਸਵਾਰਥੀ ਸੀ, ਮੇਰੇ ਨਾਲ ਇੱਕ ਨੌਕਰ ਵਾਂਗੂ ਵਿਵਹਾਰ ਕਰਦਾ ਸੀ। ਉਸਨੇ ਮੈਨੂੰ ਮਾਲਿਸ਼ ਕਰਨ ਲਈ ਕਿਹਾ, ਆਪਣੇ ਕੱਪੜੇ ਤੇ ਜੁੱਤੀਆਂ ਸਾਫ਼ ਕਰਨ ਦੇ ਹੁਕਮ ਵੀ ਦਿੱਤੇ। ਆਨਲਾਈਨ ਕੰਪਨੀ Amazon ਨੇ ਭਾਰਤ ਵਿੱਚ ਆਪਣੇ ਕਈ ਕਾਰੋਬਾਰ ਬੰਦ ਕਰਨ ਦਾ ਫੈਸਲਾ ਲਿਆ ਹੈ। ਬਲੂਮਬਰਗ ਦੀ ਇੱਕ ਰਿਪੋਰਟ ਦੀ ਜਾਣਕਾਰੀ ਮੁਤਾਬਿਕ ਇਸ ਮਾਮਲੇ ਨਾਲ ਸੰਬੰਧਿਤ ਇੱਕ ਵਿਅਕਤੀ ਦੇ ਹਵਾਲੇ ਦੇ ਨਾਲ ਰਿਪੋਰਟਸ ਦੱਸਿਆ ਗਿਆ ਹੈ ਕਿ Amazon ਦੀਆਂ ਇਹਨਾਂ ਸੇਵਾਵਾਂ ਦੇ ਬੰਦ ਹੋਣ ਨਾਲ ਸੈਂਕੜੇ ਕਰਮਚਾਰੀਆਂ ਦੀਆਂ ਜਿੱਥੇ ਨੌਕਰੀਆਂ ਚਲੀਆਂ ਜਾਣਗੀਆਂ ਉੱਥੇ ਲੋਕਾਂ ਦੀ ਸਹੂਲਤ ਵੀ ਖੁੱਸ ਜਾਊਗੀ। Amazon ਭਾਰਤ ਵਿੱਚ ਆਪਣੇ ਮੁੱਖ ਕਾਰੋਬਾਰ ਯਾਨੀ ਆਨਲਾਈਨ ਰਿਟੇਲ ਕਾਰੋਬਾਰ ਤੇ ਹੀ ਨਿਰਭਰ ਕਰੇਗਾ। FIFA ਯਾਨੀ ਕਿ ਵਿਸ਼ਵ ਕੱਪ ਫੁੱਟਬਾਲ ਜੋ ਤੁਸੀਂ ਦੇਖਦੇ ਹੋਵੋਗੇ ਸਕਰੀਨ ਦੇ ਉੱਤੇ ਤੁਹਾਨੂੰ ਬਹੁਤ ਸੋਹਣਾ ਲੱਗਦਾ ਹੋਊਗਾ। ਸਾਰਾ ਆਲਾ ਦੁਆਲਾ ਫੁੱਟਬਾਲ ਦੇ ਜਿਹੜੇ ਮੈਦਾਨ ਨੇ ਉਹ ਵੀ ਤੁਹਾਨੂੰ ਬਹੁਤ ਸੋਹਣੇ ਲੱਗਦੇ ਹੋਣੇ, ਚਾਰੇ ਪਾਸੇ ਚੱਕਾਚੌਂਧ ਦਿਖਾਈ ਦਿੰਦੀ ਹੋਵੇਗੀ। ਪਰ ਇਹ ਸਾਰਾ ਜਿਹੜਾ ਤਾਮਝਾਮ ਤਿਆਰ ਕਰਨ ਦੇ ਲਈ ਕੀ ਤੁਸੀਂ ਜਾਣਦੇ ਹੋ ਕਿ 500 ਦੇ ਕਰੀਬ ਪ੍ਰਵਾਸੀ ਮਜ਼ਦੂਰਾਂ ਦੀ ਜਾਨ ਗਈ ਹੈ। ਵਿਸ਼ਵ ਕੱਪ ਫੁੱਟਬਾਲ ਕਰਾਉਣ ਦੇ ਵਿੱਚ ਸ਼ਾਮਲ ਕਤਰ ਦੇ ਸਿਖਰਲੇ ਅਧਿਕਾਰੀ ਨੇ ਪਹਿਲੀ ਵਾਰੀ ਟੂਰਨਾਮੈਂਟ ਨਾਲ ਸੰਬੰਧਿਤ ਤਿਆਰੀਆਂ ਦੌਰਾਨ ਮਜ਼ਦੂਰਾਂ ਦੀ ਮੌਤ ਦੀ ਗਿਣਤੀ 400 ਤੋਂ 500 ਦੇ ਵਿਚਕਾਰ ਦੱਸੀ ਹੈ, ਜੋ ਕਤਰ ਸਰਕਾਰ ਦੇ ਵੱਲੋਂ ਪਹਿਲਾਂ ਦੱਸੀਆਂ ਮੌਤਾਂ ਦੇ ਨਾਲੋਂ ਕਿਤੇ ਵੱਧ ਹੈ। ਡਿਲੀਵਰੀ ਐਂਡ ਲੈਗੇਸੀ ਨਾਲ ਸੰਬੰਧਿਤ ਕਤਰ ਦੀ ਕਮੇਟੀ ਦੇ ਸਕੱਤਰ ਜਨਰਲ ਹਸਨ ਅਲਥਵਾਦੀ ਨੇ ਬਰਤਾਨਵੀ ਪੱਤਰਕਾਰ ਨੂੰ ਇੰਟਰਵਿਊ ਦੇ ਵਿੱਚ ਇਹ ਜਾਣਕਾਰੀ ਦਿੱਤੀ। ਇਸ ਦੇ ਨਾਲ ਹੁਣ ਜਿਹੜੇ ਮਨੁੱਖੀ ਅਧਿਕਾਰ ਜਥੇਬੰਦੀਆਂ ਨੇ, ਮਨੁੱਖੀ ਅਧਿਕਾਰ ਗਰੁੱਪ ਨੇ, ਉਹ ਇਸ ਸੰਬੰਧੀ ਆਲੋਚਨਾ ਜਿਹੜੀ ਤੇਜ਼ ਕਰ ਸਕਦੇ ਨੇ। ਕਤਰ ਦੇ ਪ੍ਰਬੰਧਾਂ ਤੇ ਨਿਸ਼ਾਨੇ ਸਾਧ ਸਕਦੇ ਨੇ ਤੇ ਬਣਦੇ ਵੀ ਨੇ ਕਿਉਂਕਿ 400 ਜਾਂ 500 ਦੀ ਗਿਣਤੀ ਕੋਈ ਘੱਟ ਨਹੀਂ ਹੁੰਦੀ। ਸਿਰਫ ਇੱਕ ਜਿਹੜਾ ਵਿਸ਼ਵ ਕੱਪ ਕਰਵਾਉਣ ਦੀਆਂ ਤਿਆਰੀਆਂ ਦੇ ਲਈ ਇੰਨੇ ਮਜ਼ਦੂਰਾਂ ਦੀ ਜਾਨ ਚਲੀ ਜਾਵੇ, ਇਸ ਤੋਂ ਖਤਰਨਾਕ ਕੀ ਹੋ ਸਕਦਾ ਹੈ। ਪੱਛਮੀ ਏਸ਼ੀਆ ਦੇ ਪਹਿਲੇ ਵਿਸ਼ਵ ਕੱਪ ਦੀ ਮੇਜ਼ਬਾਨੀ ਦੇ ਲਈ ਟੂਰਨਾਮੈਂਟ ਵਾਸਤੇ $200 ਅਰਬ ਤੋਂ ਵੱਧ ਦੇ ਸਟੇਡੀਅਮ, ਮੈਟਰੋ ਲਾਈਨਾਂ ਤੇ ਨਵੇਂ ਬੁਨਿਆਦੀ ਢਾਂਚੇ ਦਾ ਨਿਰਮਾਣ ਕਰਵਾਇਆ ਗਿਆ, ਜਿਸ ਦੌਰਾਨ ਪ੍ਰਵਾਸੀ ਮਜ਼ਦੂਰਾਂ ਦੀਆਂ ਇੰਨੀ ਵੱਡੀ ਗਿਣਤੀ ਵਿੱਚ ਮੌਤਾਂ ਹੋਈਆਂ ਤੇ ਮੌਤਾਂ ਦੀ ਗਿਣਤੀ ਦੀ ਮਨੁੱਖੀ ਅਧਿਕਾਰ ਜਥੇਬੰਦੀਆਂ ਆਲੋਚਨਾ ਕਰ ਰਹੀਆਂ ਨੇ। ਐਮਰਜੈਂਸੀ ਬੁਲੇਟਿਨ ਦੇ ਵਿੱਚ ਤੁਹਾਡੇ ਸਭ ਤੋਂ ਇਜਾਜ਼ਤ ਚਾਹੁੰਦੇ ਹਾਂ। ਸਵੇਰ ਦੀਆਂ ਖਬਰਾਂ 'ਚ ਫੇਰ ਮਿਲਾਂਗੇ। ਧੰਨਵਾਦ।